ਸਾਹਿਬ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜੁਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰਿ ਗੋਬਿੰਦ ਸੋਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਵਰ ਹਰਿ ਕ੍ਰਿਸ਼ਨ ਮਨਾਏ ਬਿਮੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਨ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਓਦਤ ਬੰਦਾ ਕਰ ਅਨੁਰਾਗ ਕੀਰਤਨਕਾਰਾ ਸਤਿਗੁਰੂ ਤਿਨ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਹੋਇਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਜੋ ਲੜੀਵਾਰ ਗੁਰ ਇਤਿਹਾਸ ਪਿਛਲੇ ਸਮੇਂ ਤੋਂ ਸ਼੍ਰਵਣ ਕਰ ਰਹੇ ਹਾਂ, ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਗੁਰੂ ਸਾਹਿਬ ਤੋਂ ਆਗਿਆ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਇਤਿਹਾਸ ਦੇ ਦੌਰਾਨ ਅਸੀਂ ਸ਼੍ਰਵਣ ਕੀਤਾ ਹੈ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਮਾਤਾ ਪਿਤਾ ਦੇ ਵਚਨਾਂ ਨੂੰ ਸੁਣਦੇ ਹੋਏ ਰਾਏ ਭੋਏ ਦੀ ਤਲਵੰਡੀ ਆਪਣੇ ਘਰ ਵਿੱਚ ਵਿਰਾਜੇ ਹੋਏ ਤੇ ਜਿਸ ਪ੍ਰਕਾਰ ਪਿਤਾ ਦਾ ਸੁਭਾਅ ਹੁੰਦਾ ਹੈ ਪੁੱਤਰ ਨੂੰ ਸਮਝਾਉਣ ਦਾ, ਬਾਬਾ ਕਲਿਆਣ ਚੰਦ ਜੀ ਆਪਣੇ ਪੁੱਤਰ ਗੁਰੂ ਨਾਨਕ ਨੂੰ ਫਿਰ ਸਮਝਾਉਣ ਲੱਗੇ ਨੇ ਕਿ ਦੇਖੋ ਪੁੱਤਰ
ਜੀਵਨ ਅੰਦਰ ਤੁਸੀਂ ਮੇਰਾ ਕਮਾਇਆ ਹੋਇਆ ਧਨ ਬੜਾ ਬਰਬਾਦ ਕੀਤਾ ਹੈ। ਜੋੜਿਆ ਕੁਝ ਵੀ ਨਹੀਂ ਤੇ ਜੋ ਮੇਰਾ ਕਮਾਇਆ ਉਹ ਵੀ ਵਿਅਰਥ ਗਵਾਇਆ ਹੈ। ਹੁਣ ਤੁਸੀਂ ਜੋ ਇਹ ਸੰਤਾਂ ਵਾਲਾ ਭੇਸ ਬਣਾਇਆ ਹੋਇਆ ਹੈ, ਸਾਧੂਆਂ ਵਾਲਾ ਲਿਬਾਸ ਪਾਇਆ ਹੋਇਆ ਹੈ, ਇਸ ਨੂੰ ਤਿਆਗ ਦੇਵੋ। ਜਿਵੇਂ ਗ੍ਰਸਤੀ ਬੰਦੇ ਆਪਣੇ ਘਰ ਰਹਿ ਕਰਕੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕਦੇ ਨੇ, ਆਪਣੇ ਪਰਿਵਾਰ ਦੀ ਪਾਲਣਾ ਕਰਦੇ ਨੇ, ਇਸ ਪ੍ਰਕਾਰ ਤੁਸੀਂ ਹੁਣ ਆਪਣੇ ਘਰ ਵਿੱਚ ਵਿਰਾਜਣਾ ਕਰੋ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿਤਾ ਦੇ ਬਚਨ ਸੁਣ ਰਹੇ ਨੇ ਤੇ ਪਿਤਾ ਤਾਂ ਹੀ ਸਮਝਾ ਰਹੇ ਨੇ ਕਿ ਪਿਤਾ ਜੀ, ਜੋ ਮਨੁੱਖਾ ਜੀਵਨ ਹੈ, ਜੋ ਇਸ ਦੀ ਅਸਲ ਕਮਾਈ ਹੈ ਨਾ, ਉਹ ਤਾਂ ਪਰਮੇਸ਼ਰ ਦਾ ਨਾਮ ਜਪਣਾ, ਪਰਮੇਸ਼ਰ ਦਾ ਨਾਮ ਸਿਮਰਨਾ ਹੈ। ਜਿੰਨੇ ਵੀ ਇਹ ਧਨ ਪਦਾਰਥ ਨੇ, ਜਿੰਨਾ ਮਨੁੱਖ ਸੰਸਾਰ ਵਿੱਚ ਵਿਚਰਦਾ ਹੈ, ਰਿਸ਼ਤੇ ਨਾਤੇ ਨਿਭਾਉਂਦਾ ਜਾਂਦਾ ਹੈ, ਉਨਾ ਹੀ ਇਹ ਸੰਸਾਰ ਦੀਆਂ ਪਦਾਰਥਾਂ ਦੇ ਵਿੱਚ ਵੱਝਦਾ ਜਾਂਦਾ ਹੈ। ਤੇ ਜਦੋਂ ਅਖੀਰਲਾ ਸਮਾਂ ਆਉਂਦਾ ਹੈ, ਫਿਰ ਉਹ ਛੁੱਟਣ ਦਾ ਯਤਨ ਤਾਂ ਕਰਦਾ ਹੈ, ਪਰ ਉਹ ਤੋਂ ਛੁੱਟਿਆ ਨਹੀਂ ਜਾਂਦਾ। ਜਿਹੜੇ ਇਹ ਧਨ ਪਦਾਰਥ ਕਿਸੇ ਸਮੇਂ ਮਨੁੱਖ ਨੂੰ ਸੁੱਖ ਦਿੰਦੇ ਨੇ, ਸੁੱਖਾਂ ਦਾ ਕਾਰਨ ਬਣਦੇ ਨੇ, ਪਰ ਅਖੀਰਲੇ ਸਮੇਂ ਇਹੀ 84 ਲੱਖ ਜੀਵਾਂ ਦਾ ਬੇੜਾ ਬਣ ਜਾਂਦੇ ਨੇ, ਇਹੀ ਦੁੱਖਾਂ ਦਾ ਕਾਰਨ ਬਣ ਜਾਂਦੇ ਨੇ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਸਮਝਾਉਂਦਿਆਂ ਨੂੰ ਕੁਝ ਸਮਾਂ ਜਦੋਂ ਨਗਰ ਅੰਦਰ ਬਤੀਤ ਹੋਇਆ ਹੈ ਤੇ ਐਸਾ ਸਮਾਂ ਆਇਆ ਹੈ ਕਿ ਬਾਬਾ ਕਲਿਆਣ ਚੰਦ ਹਰ ਸਾਲ ਆਪਣੇ ਵੱਡੇ ਵਡੇਰਿਆਂ ਦਾ ਸਰਾਧ ਕਰਦੇ ਨੇ। ਘਰ ਦੇ ਵਿੱਚ ਵਧੀਆ ਵਧੀਆ ਭੋਜਨ ਤਿਆਰ ਕਰਕੇ ਨਗਰ ਦਿਆਂ ਲੋਕਾਂ ਤਾਈਂ, ਵਿਦਵਾਨ ਪੰਡਤਾਂ ਤਾਈਂ ਛਕਾਉਂਦੇ ਨੇ। ਘਰ ਦੇ ਵਿੱਚ ਭਾਰੀ ਇਕੱਠ ਹੈ, ਪ੍ਰਸ਼ਾਦੇ ਪੱਕ ਰਹੇ ਨੇ, ਸਬਜ਼ੀਆਂ ਦਾਲਾਂ ਆਦਿ ਮਠਿਆਈਆਂ ਬਣ ਰਹੀਆਂ ਨੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਾ ਦਿਨ ਆਪਣਾ ਉਜਾੜਾਂ ਦੇ ਅੰਦਰ ਸੁਨਸਾਨ ਜਗ੍ਹਾ ਦੇ ਉੱਪਰ ਬੰਦਗੀ ਦੇ ਵਿੱਚ ਬਤੀਤ ਕਰਦੇ ਸਨ। ਤੇ ਜਦੋਂ ਇਸ ਪ੍ਰਕਾਰ ਸ਼ਾਮ ਹੁੰਦਿਆਂ ਆਪਣੇ ਘਰ ਵਾਪਸ ਆਏ ਨੇ ਤੇ ਘਰੇ ਆ ਕਰਕੇ ਵੇਖਿਆ ਹੈ ਕਿ ਬੜੀ ਚਹਿਲ ਪਹਿਲ ਹੈ, ਲੋਕਾਂ ਦਾ ਆਉਣਾ ਜਾਣਾ ਲੱਗਿਆ ਹੈ, ਪੱਕਦਿਆਂ ਪਕਵਾਨਾਂ ਦੀਆਂ ਖੁਸ਼ਬੂਆਂ ਆ ਰਹੀਆਂ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿਤਾ ਤਾਈਂ ਪੁੱਛਦੇ ਨੇ ਕਿ ਪਿਤਾ ਜੀ, ਇਹ ਤੁਸੀਂ ਕੀ ਕਰ ਰਹੇ ਹੋ? ਤੇ ਬਾਬਾ ਕਲਿਆਣ ਚੰਦ ਜੀ ਦੱਸਦੇ ਨੇ, ਪੁੱਤਰ ਜੀ, ਅਸੀਂ ਆਪਣੇ ਵੱਡੇ ਵਡੇਰਿਆਂ ਦਾ ਸ਼ਰਾਧ ਕਰਦੇ ਹਾਂ। ਇਹਦੇ ਤੋਂ ਕੀ ਭਾਵ ਹੈ? ਤੇ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਇਹ ਜੋ ਵਿਦਵਾਨ ਪੰਡਤਾਂ ਤਾਈਂ ਛਕਾਇਆ ਹੋਇਆ ਭੋਜਨ ਸਾਡੇ ਵੱਡੇ ਵਡੇਰਿਆਂ ਨੂੰ ਪਰਲੋਕ ਦੇ ਵਿੱਚ ਜਾ ਕੇ ਮਿਲਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਪਿਤਾ ਜੀ, ਮੇਰੀ ਗੱਲ ਧਿਆਨ ਦੇ ਕਰਕੇ ਸੁਣੋ। ਜੋ ਮੇਰੇ ਦਾਦੇ ਪੜਦਾਦੇ ਹਨ, ਆਪ ਜੀਆਂ ਦੇ ਵੱਡੇ ਵਡੇਰੇ ਨੇ, ਉਹ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਦੇ ਵਿੱਚ ਵਿਰਾਜੇ ਹੋਏ ਨੇ, ਸੱਚਖੰਡ ਦੇ ਵਾਸੀ ਨੇ। ਤੇ ਜੋ ਪਰਮੇਸ਼ਰ ਦੀ ਗੋਦ ਦਾ ਨਿੱਘ ਮਾਣਦੇ ਹੋਣ, ਦੁਨਿਆਵੀ ਪਦਾਰਥਾਂ ਦੀ ਉਹਨਾਂ ਨੂੰ ਭੁੱਖ ਪਿਆਸ ਨਹੀਂ ਰਹਿੰਦੀ, ਉਹ ਤਾਂ ਐਸੇ ਆਨੰਦ ਵਿੱਚ ਨੇ, ਉਹ ਆਪ ਜੀਆਂ ਦਾ ਸਾਲ ਬਾਅਦ ਸ਼ਰਾਧ ਨਹੀਂ ਉਡੀਕਦੇ। ਤੇ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਪੁੱਤਰ ਜੀ, ਮੈਂ ਆਪ ਜੀਆਂ ਦੀ ਗੱਲਾਂ ਤੇ ਯਕੀਨ ਫੇਰ ਕਰਾਂਗਾ ਜੇਕਰ ਮੈਂ ਅੱਖੀਂ ਵੇਖ ਲਵਾਂ। ਤੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਕਲਿਆਣ ਚੰਦ ਤਾਈਂ ਕਿਹਾ ਹੈ ਕਿ ਪਿਤਾ ਜੀ, ਅੱਖਾਂ ਬੰਦ ਕਰੋ। ਜਦੋਂ ਬਾਬਾ ਕਲਿਆਣ ਚੰਦ ਨੇ ਅੱਖਾਂ ਬੰਦ ਕੀਤੀਆਂ ਨੇ ਤੇ ਧਿਆਨ ਸੱਚਖੰਡ ਅੰਦਰ ਗਿਆ, ਸਾਰੇ ਹੀ ਵੱਡੇ ਵਡੇਰੇ, ਜਿੱਥੇ ਬੜੀ ਉੱਚ ਪਦਵੀ ਦੇ ਵੱਡੇ ਵੱਡੇ ਭਗਤ ਲੋਕ ਵਿਰਾਜ ਰਹੇ ਸਨ, ਸਿਮਰਨ ਦੇ ਸੇਵਾ ਦੇ ਪੁੰਜ ਸਨ, ਉਹਨਾਂ ਦੇ ਵਿੱਚ ਜਦੋਂ ਵੱਡੇ ਵਡੇਰਿਆਂ ਨੂੰ ਵੇਖਿਆ ਹੈ ਤੇ ਬੜਾ ਪ੍ਰਸੰਨ ਹੋਏ ਨੇ। ਉਹਨਾਂ ਤਾਈਂ ਬਚਨ ਕੀਤੇ ਨੇ ਬਾਬਾ ਕਲਿਆਣ ਚੰਦ ਨੇ ਕਿ ਤੁਸੀਂ ਇੱਥੇ ਕਦੋਂ ਵਿਰਾਜੇ? ਤੇ ਵੱਡੇ ਵਡੇਰਿਆਂ ਨੇ ਦੱਸਿਆ ਹੈ ਕਿ ਜਦੋਂ ਦਾ ਤੇਰੇ ਘਰ ਦੇ ਵਿੱਚ ਪਰਮੇਸ਼ਰ ਅਵਤਾਰ ਗੁਰੂ ਨਾਨਕ ਆਇਆ ਹੈ, ਘਰ ਦੇ ਵਿੱਚ ਇੱਕ ਵੀ ਜੀ ਬੰਦਗੀ ਕਰਨ ਵਾਲਾ ਹੋਵੇ ਨਾ। ਗੁਰਬਾਣੀ ਦੇ ਬਚਨ ਨੇ, ਜਿਸ ਸਿਮਰਤ ਸਭ ਕਿਲ ਵਿੱਚ ਨਾਸਾ ਹੈ, ਪਿਤਰੀ ਹੋਏ ਉਧਾਰੋ।
ਕਿ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨ ਵਾਲਾ ਕੋਈ ਘਰ ਵਿੱਚ ਜੰਮ ਪਵੇ ਤੇ ਫਿਰ ਮਰੇ ਹੋਏ ਜਿਹੜੇ ਵੱਡੇ ਵਡੇਰੇ 84 ਲੱਖ ਜੂਨਾਂ ਦੇ ਗੇੜ ਵਿੱਚ ਪਏ ਨੇ ਨਾ, ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ, ਕਿ ਤੁਲਾਂ ਤੱਕ ਉਧਾਰ ਹੁੰਦਾ ਹੈ। ਇਸ ਪ੍ਰਕਾਰ ਉਹ ਵੱਡੇ ਵਡੇਰੇ ਕਹਿਣ ਲੱਗੇ, ਬਾਬਾ ਕਲਿਆਣ ਚੰਦ ਜੀ ਆਪਣੇ ਪੁੱਤਰ ਨੂੰ ਸਿਰਫ ਪੁੱਤਰ ਨਾ ਜਾਣ, ਉਹ ਤਾਂ ਪਰਮੇਸ਼ਰ ਰੂਪ ਹੈ। ਜਦੋਂ ਐਸੀ ਕਰਾਮਾਤ ਬਾਬਾ ਕਲਿਆਣ ਚੰਦ ਨੇ ਵੇਖੀ ਹੈ, ਗੁਰੂ ਨਾਨਕ ਦੇਵ ਜੀਆਂ ਨੇ ਬਾਂਹ ਫੜ ਕੇ ਉਹਨਾਂ ਦਾ ਧਿਆਨ ਸੱਚਖੰਡ ਤੋਂ ਪਿੱਛੇ ਮੋੜਿਆ ਹੈ ਤੇ ਬਾਬਾ ਕਲਿਆਣ ਚੰਦ ਕਹਿਣ ਲੱਗੇ, ਪੁੱਤਰ ਜੀ ਹੁਣ ਤਾਂ ਮੇਰਾ ਵੀ ਦਿਲ ਕਰਦਾ ਹੈ ਇਸ ਪੰਜ ਭੂਤਕ ਸਰੀਰ ਨੂੰ ਛੱਡ ਕਰਕੇ ਸੱਚਖੰਡ ਦਾ ਆਨੰਦ ਮਾਣਾ। ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਪਿਤਾ ਜੀ ਆਪ ਜੀਆਂ ਦੀ ਉਮਰ ਦੇ ਕੁਝ ਕੁ ਦਿਨ ਹੀ ਬਚੇ ਨੇ, ਬਹੁਤੀ ਆਪ ਜੀਆਂ ਨੇ ਬਤੀਤ ਕਰ ਲਈ ਹੈ ਤੇ ਛੇਤੀ ਹੀ ਸੱਚਖੰਡ ਦੇ ਵਾਸੀ ਬਣੋਗੇ। ਤੇ ਜਿਹੜਾ ਇਹ ਸ਼ਰਾਧ ਵਾਸਤੇ ਭੋਜਨ ਤਿਆਰ ਕੀਤਾ ਹੈ, ਇਸ ਨੂੰ ਇਸ ਵਾਰ ਛਕਾ ਲਵੋ, ਕਿਉਂਕਿ ਪੱਕਿਆ ਹੋਇਆ ਭੋਜਨ ਸੁੱਟ ਦੇਣਾ ਇਹ ਵੀ ਚੰਗੀ ਗੱਲ ਨਹੀਂ। ਤੇ ਅੱਜ ਤੋਂ ਬਾਅਦ ਕੋਈ ਵੀ ਸ਼ਰਾਧ ਨਹੀਂ ਕਰਨਾ। ਸ਼ਰਾਧ ਉਹ ਕਰਦੇ ਨੇ ਜਿਹੜੇ ਲੋਕ ਇਹ ਮੰਨਦੇ ਨੇ ਕਿ ਸਾਡੇ ਵੱਡੇ ਵਡੇਰੇ ਭੁੱਖ ਨਾਲ ਤੜਫ ਰਹੇ ਨੇ, ਭੁੱਖੇ ਨੇ, ਨੰਗੇ ਨੇ, ਤੇ ਜਿਨ੍ਹਾਂ ਨੂੰ ਪਤਾ ਹੈ ਕਿ ਸਾਡੇ ਵੱਡੇ ਵਡੇਰੇ ਸੱਚਖੰਡ ਦੇ ਵਾਸੀ ਬਣੇ ਨੇ, ਸੇਵਾ ਸਿਮਰਨ ਕਰਦੇ ਰਹੇ ਨੇ, ਸਤਸੰਗਤ ਕਰਦੇ ਰਹੇ ਨੇ, ਉਹਨਾਂ ਲੋਕਾਂ ਨੂੰ ਇਹ ਝੂਠੇ ਸ਼ਰਾਧ ਕਰਨ ਦੀ ਕੋਈ ਲੋੜ ਨਹੀਂ। ਇਸ ਪ੍ਰਕਾਰ ਸਮਾਂ ਬਤੀਤ ਹੋਇਆ ਹੈ। ਬਾਬਾ ਕਲਿਆਣ ਚੰਦ ਅਕਾਲ ਚਲਾਣਾ ਕਰਕੇ ਸੱਚਖੰਡ ਗਮਨ ਕੀਤੇ ਨੇ। ਕੁਝ ਕੁ ਦਿਨਾਂ ਬਾਅਦ ਹੀ ਮਾਤਾ ਤ੍ਰਿਪਤਾ ਜੀ ਵੀ ਅਕਾਲ ਚਲਾਣਾ ਕਰ ਗਏ ਨੇ, ਉਹ ਵੀ ਸੱਚਖੰਡ ਜਾ ਬਰਾਜੇ ਨੇ। ਗੁਰੂ ਨਾਨਕ ਦੇਵ ਜੀਆਂ ਦੇ ਮਾਤਾ ਪਿਤਾ ਦੋਨੋਂ ਹੀ ਪਰਲੋਕ ਸੁਧਾਰ ਗਏ ਨੇ ਤੇ ਜਿੰਨਾ ਘਰ ਦੇ ਵਿੱਚ ਧਨ ਦੌਲਤ ਪਿਆ ਸੀ, ਗੁਰੂ ਨਾਨਕ ਦੇਵ ਜੀਆਂ ਨੇ ਪਹਿਲਾ ਵਾਰ ਲੋੜਵੰਦਾਂ ਵਿੱਚ, ਗਰੀਬਾਂ ਵਿੱਚ ਵੰਡਣਾ ਕੀਤਾ ਹੈ। ਇਸ ਪ੍ਰਕਾਰ ਮਹਾਰਾਜ ਰਾਏ ਭੋਏ ਦੀ ਤਲਵੰਡੀ ਅੰਦਰ ਸਮਾਂ ਬਤੀਤ ਕਰ ਰਹੇ ਨੇ। ਇੱਥੋਂ ਤੱਕ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ ਹੈ, ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਆਵਹਿ ਮਨੁਜ ਆਦਿਕ ਧਰ ਭਾਉ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਕੋਲ ਬਹੁਤੇ ਰਿਸ਼ਤੇਦਾਰ ਇਕੱਠੇ ਹੋ ਕਰਕੇ ਆਏ ਨੇ। ਸਮਝਾਉਣਾ ਕੀਤਾ ਹੈ ਕਿ ਵੇਖੋ ਪੁੱਤਰ ਜੀ, ਆਪ ਜੀਆਂ ਦੇ ਮਾਤਾ ਪਿਤਾ ਤਾਂ ਹੁਣ ਨਹੀਂ ਰਹੇ, ਆਪ ਜੀ ਹੁਣ ਘਰ-ਬਾਰ ਦੀ ਜ਼ਿੰਮੇਵਾਰੀ ਸੰਭੋ। ਇਸ ਪ੍ਰਕਾਰ ਜਿਵੇਂ ਗ੍ਰਸਤੀ ਲੋਕ ਘਰ ਨੂੰ ਚਲਾਉਂਦੇ ਨੇ, ਉਸ ਪ੍ਰਕਾਰ ਚਲਾਉਣਾ ਕਰੋ। ਤੇ ਗੁਰੂ ਨਾਨਕ ਦੇਵ ਜੀਆਂ ਨੇ ਉਹਨਾਂ ਤਾਈਂ ਸਮਝਾਇਆ ਹੈ ਕਿ ਜੋ ਘਰ ਪਰਿਵਾਰ ਹੈ, ਇਹ ਸੰਸਾਰ ਸਾਰਾ ਕੁਝ ਹੀ ਝੂਠਾ ਹੈ। ਇੱਕੋ ਪਰਮੇਸ਼ਰ ਦਾ ਨਾਮ ਸੱਚਾ ਹੈ ਤੇ ਮਨੁੱਖ ਨੂੰ ਕਦੇ ਵੀ ਝੂਠ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ, ਹਮੇਸ਼ਾ ਸੱਚ ਦੇ ਮਗਰ ਹੀ ਚੱਲਣਾ ਚਾਹੀਦਾ ਹੈ। ਇੱਦਾਂ ਸਾਰੇ ਰਿਸ਼ਤੇਦਾਰਾਂ ਨੇ ਸਮਝਾਇਆ ਹੈ ਤੇ ਹੁਣ ਸਤਿਗੁਰੂ ਜੀ ਸਾਰਾ ਦਿਨ ਆਪਣਾ ਉਜਾੜਾ ਸ਼ਮਸ਼ਾਨ ਘਾਟ ਦੇ ਅੰਦਰ ਸੁਨਸਾਨ ਜਗ੍ਹਾ ਦੇ ਉੱਪਰ ਬਤੀਤ ਕਰਦੇ ਨੇ। ਤੇ ਜਿਹੜੇ ਨਗਰ ਦੇ ਲੋਕ ਨੇ ਉਹ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ, ਸੰਗਤ ਕਰਨ ਵਾਸਤੇ ਮਹਾਰਾਜ ਜੀਆਂ ਕੋਲ ਇਕੱਠੇ ਹੋ ਕੇ ਆਉਂਦੇ ਹਨ। ਸੁਨਹਿ ਬਚਨ ਨਿਤ ਚੌਗਨ ਚਾਉ। ਸਤਿਗੁਰਾਂ ਦੇ ਐਸੇ ਨਾਮ ਸਿਮਰਨ ਗੁਰਬਾਣੀ ਦੇ ਬਚਨ ਸੁਣ ਕਰਕੇ ਉਹਨਾਂ ਦੇ ਹਿਰਦਿਆਂ ਅੰਦਰ ਨਾਮ ਜਪਣ ਦਾ ਚਾਅ ਪੈਦਾ ਹੁੰਦਾ ਹੈ। ਦੇਹ ਮੁਕਤ ਦਾ ਤਿਨ ਉਪਦੇਸਾ। ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਆਪਣੇ ਸੰਗੀ ਜਾਣ ਕਰਕੇ, ਵੱਡਿਆਂ ਭਾਗਾਂ ਵਾਲੇ ਜਾਣ ਕਰਕੇ ਮੁਕਤੀ ਦਾ ਉਪਦੇਸ਼ ਬਖਸ਼ਦੇ ਹਨ। ਪਰ ਉਪਕਾਰੀ ਸ੍ਰੀ ਜਗਦੇਸਾ। ਐਸਾ ਗੁਰੂ ਨਾਨਕ ਦਾ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਐਸਾ ਹਰ ਉਪਕਾਰੀ ਸੁਭਾਅ ਹੈ ਗੁਰੂ ਨਾਨਕ ਦੇਵ ਜੀਆਂ ਦਾ, ਜੋ ਵੀ ਚਰਨਾਂ ਪਾਸ ਆ ਕਰਕੇ ਸੰਗਤ ਕਰਦਾ ਹੈ, ਮਹਾਰਾਜ ਉਸ ਦਾ ਜੀਵਨ ਸਫਲ ਕਰਦੇ ਨੇ। ਐਸਾ ਉਪਦੇਸ਼ ਦਿੰਦੇ ਹਨ। ਸਤ ਸੰਗਤ ਮਹਿ ਸਰਦਾ ਧਰਨ। ਇਸ ਪ੍ਰਕਾਰ ਜਿਹੜੇ ਨਗਰ ਦੇ ਲੋਕ ਆ ਕਰਕੇ ਸਤਿਗੁਰਾਂ ਦੀ ਸੰਗਤ ਕਰਦੇ ਨੇ, ਬੜੀ ਸ਼ਰਧਾ ਭਾਵਨਾ ਰੱਖਦੇ ਨੇ।
ਸਤਨਾਮ ਕੋ ਸਿਮਰਨ ਕਰਨ। ਤੇ ਜਿਹੜੇ ਲੋਕ ਸਤ ਸੰਗਤ ਕਰਦੇ ਨੇ ਤੇ ਸੰਗਤ ਦੇ ਵਿੱਚ ਆ ਕਰਕੇ ਕਥਾ ਕੀਰਤਨ ਸੁਣਦੇ ਹਨ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਪੂਰਨ ਲਖੋ ਪਰਮਾਤਮ ਏਕੂ। ਤੇ ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਯਕੀਨ ਰੱਖਦੇ ਨੇ, ਗੁਰੂ ਗ੍ਰੰਥ ਸਾਹਿਬ ਜੀਆਂ ਉੱਪਰ ਪੂਰਨ ਭਰੋਸਾ ਰੱਖਦੇ ਨੇ, ਕਿਸੇ ਦੰਭੀ ਪਖੰਡੀ ਦੇ ਲੜ ਨਹੀਂ ਲੱਗੇ, ਜਿਹੜੇ ਐਸੀ ਬਿਰਤੀ ਦੇ ਲੋਕ ਹਨ। ਮਨ ਕੇ ਕਲਪਨ ਹੋਤ ਅਨੇਕੂ। ਇਸ ਪ੍ਰਕਾਰ ਜਿਵੇਂ ਮਨ ਦੇ ਅਨੇਕਾਂ ਹੀ ਫੁਰਨੇ ਹੁੰਦੇ ਨੇ ਨਾ, ਜਿਵੇਂ ਮਨ ਦੇ ਅੰਦਰ ਸੋਚਾਂ ਵਿਚਾਰਾਂ ਚੱਲਦੀਆਂ ਰਹਿੰਦੀਆਂ ਨੇ। ਇਸ ਮਨ ਕੋ ਜੋ ਜੀਤਨ ਕਰਹੀ। ਤੇ ਜਿਹੜੇ ਐਸੇ ਲੋਕ ਨੇ ਜਿਹੜੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ, ਜਿਵੇਂ ਦੁੱਖ ਦਾ ਸਮਾਂ ਆਉਂਦਾ ਹੈ ਤੇ ਮਨ ਦੇ ਅੰਦਰ ਵਿਚਾਰਾਂ ਆਉਂਦੀਆਂ ਨੇ, ਫਲਾਣੇ ਬਾਬੇ ਕੋਲੇ ਚਲੇ ਜਾਈਏ, ਫਲਾਣੇ ਬਾਬੇ ਤੋਂ ਥੌਲਾ ਜਾਂ ਪਾਣੀ ਕਰਵਾ ਲਿਆਈਏ। ਇਸ ਪ੍ਰਕਾਰ ਤੇ ਜਿਹੜੇ ਗੁਰਮੁਖ ਲੋਕ ਹਨ ਨਾ, ਉਹ ਦੁੱਖ ਦੇ ਵਿੱਚ ਵੀ ਭਾਣਾ ਮੰਨਦੇ ਨੇ, ਆਪਣੇ ਗੁਰੂ ਨੂੰ ਛੱਡ ਕੇ ਕਿਤੇ ਆਸੇ ਪਾਸੇ ਨਹੀਂ ਦੌੜਦੇ, ਤੇ ਸੁੱਖ ਦੇ ਵਿੱਚ ਵੀ ਸ਼ੁਕਰਾਨਾ ਕਰਦੇ। ਜਿਹੜੇ ਐਸੇ ਲੋਕ ਨੇ ਜਿਨ੍ਹਾਂ ਨੇ ਭਾਵ ਆਪਣੇ ਮਨ ਨੂੰ ਜਿੱਤ ਲਿਆ ਹੈ, ਸੋ ਪਰਮ ਪਦ ਕੇ ਅਨੁਸਰ ਹੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹੀ ਲੋਕ ਜਿਹੜੀ ਮੋਕਸ਼ ਨੂੰ ਪ੍ਰਾਪਤ ਕਰਦੇ ਨੇ, ਮੁਕਤੀ ਨੂੰ ਪ੍ਰਾਪਤ ਕਰਦੇ ਨੇ, ਐਸੇ ਪਰਮੇਸ਼ਰ ਦੇ ਲੜ ਲੱਗਦੇ ਨੇ। ਕਾਰਨ ਅਲਪ ਸੁਖਨ ਕੇ ਸਾਧੂ। ਤੇ ਜਿਹੜੇ ਥੋੜਿਆਂ ਸੁੱਖਾਂ ਦੇ ਵਾਸਤੇ ਇਸ ਪ੍ਰਕਾਰ ਕਦੇ ਦੁੱਧ ਨੂੰ ਲੈ ਕਰਕੇ, ਕਦੇ ਪੁੱਤ ਨੂੰ ਲੈ ਕਰਕੇ, ਕਦੇ 12 ਕੋਠੀਆਂ ਨੂੰ ਲੈ ਕਰਕੇ ਫਲਾਣੇ ਬਾਬਿਆਂ ਕੋਲੇ ਦੌੜਦੇ ਨੇ। ਜਾਤ ਜਨਮ ਹਵੇ ਆਪਨ ਬਾਦੂ। ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚ ਜਾਣਿਓ, ਉਹ ਆਪਣਾ ਸਾਰਾ ਜੀਵਨ ਭੱਜ ਦੌੜ ਅੰਦਰ ਬਤੀਤ ਕਰ ਲੈਂਦੇ ਨੇ, ਕਦੇ ਬੈਠ ਕੇ ਚੌਂਕੜੀ ਮਾਰ ਕੇ ਸਤ ਸੰਗਤ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਉਹਨਾਂ ਦਾ ਸਾਰਾ ਜੀਵਨ ਹੀ ਵਿਅਰਥ ਜਾਂਦਾ ਹੈ। ਜਿਉ ਕੋ ਬਾਨਕ ਕਰਨ ਵਿਵਹਾਰੇ। ਗੁਰੂ ਨਾਨਕ ਪਾਤਸ਼ਾਹ ਸਮਝਾ ਰਹੇ ਨੇ ਕਿ ਵੇਖੋ ਜਿਵੇਂ ਕੋਈ ਵਪਾਰੀ ਵਪਾਰ ਕਰਨ ਵਾਸਤੇ ਲੈ ਪੂੰਜੀ ਪਰਦੇਸ ਸਿਧਾਰੇ। ਆਪਣਾ ਸਾਰਾ ਧਨ ਦੌਲਤ ਸਾਰੀ ਮਾਇਆ ਲੈ ਕਰਕੇ ਆਪਣੇ ਇਲਾਕੇ ਨੂੰ ਛੱਡ ਕਰਕੇ ਹੋਰਨਾਂ ਇਲਾਕਿਆਂ ਵਿੱਚ ਜਾ ਕਰਕੇ ਵਪਾਰ ਕਰਦੇ ਨੇ। ਤਿਉ ਮਾਨੁਖ ਤਨ ਲੈ ਸਭ ਆਏ। ਏਦਾਂ ਹੀ ਜਿਹੜੇ ਮਨੁੱਖ ਹਨ ਉਹ ਮਨੁੱਖਾਂ ਦੇ ਹੀ ਪ੍ਰਾਪਤ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਤੋਂ ਨਾਮ ਵਿਭਾਜਨ ਜੋ ਸੁਖਦਾਏ। ਤੇ ਨਾਮ ਰੂਪੀ ਵਪਾਰ ਕਰਨ ਵਾਸਤੇ ਜੋ ਸੁੱਖਾਂ ਦਾ ਘਰ ਹੈ, ਇਸ ਮਾਤ ਲੋਕ ਦੇ ਜਨਮੇ ਨੇ। ਇਹ ਤਨ ਲੇਕਰ ਵਿਸਿਆਨ ਭੋਗਾ। ਪਰ ਜਿਹੜੇ ਲੋਕ ਇਸ ਸਰੀਰ ਨੂੰ ਪਾ ਕਰਕੇ ਸੇਵਾ ਸਿਮਰਨ ਨਹੀਂ ਕਰਦੇ, ਨਾਮ ਨਹੀਂ ਜਪਦੇ, ਸਤ ਸੰਗਤ ਨਹੀਂ ਕਰਦੇ, ਹਮੇਸ਼ਾ ਵਿਸ਼ੇ ਵਿਕਾਰ ਹੀ ਭੋਗਦੇ ਹਨ। ਨਿਸ ਦਿਨ ਰਚੈ ਸੇ ਮੂਰਖ ਲੋਗਾ। ਤੇ ਜਿਹੜਾ ਦਿਨ ਰਾਤ ਵਿਸ਼ੇ ਵਿਕਾਰਾਂ ਦੇ ਅੰਦਰ ਹੀ ਬਤੀਤ ਕਰ ਦਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਪਣੇ ਮਨੁੱਖਾ ਸਰੀਰ ਦਾ ਲਾਹਾ ਨਹੀਂ ਲੈਂਦੇ, ਉਹ ਮੂਰਖ ਲੋਕ ਹਨ। ਲਾਭ ਨਾ ਲਇਓ ਸੋ ਪੂੰਜੀ ਖੋਈ। ਕੋਈ ਲਾਭ ਪ੍ਰਾਪਤ ਨਹੀਂ ਕੀਤਾ, ਮਨੁੱਖਾ ਸਰੀਰ ਜੋ ਬੜਾ ਦੁਰਲਭ ਬੜਾ ਔਖਾ ਪ੍ਰਾਪਤ ਹੋਇਆ ਹੈ, ਤੇ ਆਪਣੀ ਸਾਰੀ ਪੂੰਜੀ ਹੈ ਜੋ ਸਵਾਸਾਂ ਦੀ ਵਿਅਰਥ ਹੀ ਗਵਾਈ ਹੈ। ਗਮਨੇ ਅੰਤ ਝਾਰ ਕਰ ਦੋਈ। ਤੇ ਜਦੋਂ ਅੰਤਲਾ ਸਮਾਂ ਜਿਵੇਂ ਕੋਈ ਜੂਆ ਖੇਡਦਾ ਹੋਵੇ, ਆਪਣਾ ਸਾਰਾ ਧਨ ਦੌਲਤ ਲਾ ਦੇਵੇ ਤੇ ਹਾਰ ਜਾਵੇ, ਹੱਥ ਝਾੜ ਕੇ ਘਰਾਂ ਨੂੰ ਜਾਂਦਾ ਹੈ, ਏਦਾਂ ਹੀ ਜਿਨ੍ਹਾਂ ਨੂੰ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ, ਐਸੇ ਸਵਾਸ ਪ੍ਰਾਪਤ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਸਤ ਸੰਗਤ ਨਹੀਂ ਕਰਦੇ, ਨਾਮ ਨਹੀਂ ਸਿਮਰਦੇ, ਸੇਵਾ ਸਿਮਰਨ ਨਹੀਂ ਕਰਦੇ, ਕੋਈ ਲਾਹਾ ਪ੍ਰਾਪਤ ਨਹੀਂ ਕਰਦੇ ਮਨੁੱਖਾ ਦੇਹੀ ਦਾ। ਇਸ ਪ੍ਰਕਾਰ ਸਾਰੀ ਸਵਾਸਾਂ ਦੀ ਪੂੰਜੀ ਵਿਅਰਥ ਗਵਾਉਂਦੇ ਨੇ, ਤੇ ਅੰਤਲੇ ਸਮੇਂ ਫਿਰ ਲੋਕ ਨੂੰ ਛੱਡ ਕੇ ਪਰਲੋਕ ਖਾਲੀ ਹੱਥ ਝਾੜ ਕੇ ਜਾਂਦੇ ਹਨ।
ਪਾਏ ਨਰਕ ਹਵੇ ਕਸ਼ਟ ਤੇ ਅਪਾਰੇ। ਫਿਰ ਨਰਕਾਂ ਦੇ ਭਾਗੀ ਬਣਦੇ ਨੇ, ਬਾਰ-ਬਾਰ ਜੰਮਦੇ ਨੇ, ਬਾਰ-ਬਾਰ ਮਰਦੇ ਨੇ, 84 ਲੱਖ ਜੂਨਾਂ ਦੇ ਗੇੜੇ ਵਿੱਚ ਪੈਂਦੇ ਹਨ ਜੀ। ਬਹੁਰ ਤ੍ਰਿਗਦ ਜੋਨ ਜਗਧਾਰੇ। ਇਸ ਪ੍ਰਕਾਰ ਨਰਕਾਂ ਦੇ ਦੁੱਖਾਂ ਨੂੰ ਪਾ ਕਰਕੇ ਜਦੋਂ ਕੋਈ ਜੂਨੀ ਪ੍ਰਾਪਤ ਹੁੰਦੀ ਹਨ ਤੇ ਤ੍ਰਿਗਦ ਜੂਨ ਪ੍ਰਾਪਤ ਹੁੰਦੀ ਹੈ। ਤ੍ਰਿਗਦ ਤੋਂ ਭਾਵ ਹੈ ਸੰਗਤ ਜੀ ਜਿਹੜੀਆਂ ਜੂਨਾਂ ਢਿੱਡ ਘਸਾ ਕੇ ਚੱਲਦੀਆਂ ਨੇ, ਜਿਵੇਂ ਸੱਪ ਹੈ, ਕਿਰਲੀ ਆਦਿ, ਐਸੀਆਂ ਜੂਨਾਂ ਕੀੜਿਆਂ ਮਕੌੜਿਆਂ ਦੀਆਂ ਪ੍ਰਾਪਤ ਹੁੰਦੀਆਂ ਨੇ। ਇੱਕ ਇਸ ਰੀਤ ਗਏ ਜਗ ਹੂੰ ਤੇ ਇੱਕ ਐਸੇ ਨੇ ਜੋ ਐਸੀ ਰੀਤੀ ਦੇ ਅਨੁਸਾਰ ਆਪਣਾ ਸਾਰਾ ਹੀ ਜੀਵਨ ਵਿਅਰਥ ਗਵਾ ਕਰਕੇ ਇਸ ਸੰਸਾਰ ਤੋਂ ਚਲੇ ਗਏ ਨੇ। ਇੱਕ ਨਿਜ ਪੂੰਜੀ ਰਾਖ ਬਹੁਤੇ। ਇੱਕ ਐਸੇ ਜਿਹੜੇ ਧਰਮੀ ਲੋਕ ਹਨ, ਆਪਣੀ ਸਾਰੀ ਪੂੰਜੀ ਸਾਂਭ ਕੇ ਰੱਖਦੇ ਨੇ। ਮਾਨੁਖ ਤਨ ਧਰ ਪੁੰਨ ਵਿਸਾਲਾ। ਤੇ ਮਨੁੱਖਾਂ ਦੇ ਹੀ ਧਾਰਨ ਕਰਕੇ ਬੜੇ ਨੇਕ ਕਰਮ ਕਰਦੇ ਨੇ, ਪੁੰਨ ਦਾਨ ਦੇ ਕਰਮ ਕਰਦੇ ਹਨ ਜੀ। ਕਰਤ ਰਹੇ ਤਪ ਮੈਂ ਤਨ ਘਾਲਾ। ਇਸ ਪ੍ਰਕਾਰ ਜਪ ਤਪ ਦੇ ਅੰਦਰ ਆਪਣੀਆਂ ਘਾਲਣਾ ਘਾਲ ਦੇ ਸਮਾਂ ਬਤੀਤ ਕਰਦੇ ਨੇ। ਸੇ ਸਵਰਗ ਸੁਖ ਭੋਗਹਿ ਜਾਈ। ਤੇ ਉਹ ਲੋਕ ਸਵਰਗਾਂ ਦੇ ਵਿੱਚ ਜਾ ਕਰਕੇ ਬੜਾ ਹੀ ਸੁਖ ਪਾਉਂਦੇ ਨੇ। ਪੁਣ ਜਗ ਮਾਨੁਖ ਦੇਹੀ ਪਾਈ। ਤੇ ਫਿਰ ਉਹਨਾਂ ਨੂੰ ਜਦੋਂ ਕਦੇ ਵੀ ਦੇਹੀ ਪ੍ਰਾਪਤ ਹੁੰਦੀਆਂ ਨੇ ਤੇ ਮਨੁੱਖਾ ਸਰੀਰ ਪ੍ਰਾਪਤ ਫਿਰ ਹੁੰਦਾ ਹੈ। ਲਾਭ ਨਹੀਂ ਪਰ ਪੂੰਜੀ ਰਾਖੀ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਤਪ ਕੀਤੇ ਨੇ ਨਾ, ਕਸ਼ਟ ਜੋਗ ਆਦਿਕ ਕੀਤੇ ਨੇ, ਪਰ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਕੀਤੀ, ਪੂਰੇ ਗੁਰੂ ਦੀ ਸੰਗਤ ਨਹੀਂ ਕੀਤੀ, ਜਿਹੜੇ ਪੁੰਨ ਦਾਨ ਕਰਕੇ ਹੀ ਆਪਣਾ ਸਮਾਂ ਬਤੀਤ ਕਰ ਦਿੰਦੇ ਨੇ, ਇਸ ਪ੍ਰਕਾਰ ਉਹ ਲੋਕ ਸਵਰਗਾਂ ਦੇ ਭਾਗੀ ਬਣਦੇ ਤੇ ਫਿਰ ਮਨੁੱਖਾ ਜੀਵਨ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਉਹਨਾਂ ਨੇ ਆਪਣਾ ਸਾਰਾ ਜੀਵਨ ਚੰਗੇ ਕਰਮਾਂ ਦੇ ਵਿੱਚ ਬਤੀਤ ਕੀਤਾ ਹੈ, ਪਰ ਕੋਈ ਧਨ ਨਹੀਂ ਕਮਾਇਆ। ਪੁੰਨ ਆਤਮ ਜੇ ਤਪ ਅਬਲਾਖੀ। ਤੇ ਪੁੰਨ ਫਿਰ ਜਿਹੜੀ ਉਹਨਾਂ ਦੀ ਆਤਮਾ ਹੈ, ਪਹਿਲਾਂ ਇਸ ਪ੍ਰਕਾਰ ਤਪ ਕਰਦੀ ਸਮਾਂ ਬਤੀਤ ਕਰ ਗਈ ਤੇ ਹੁਣ ਜਪ ਕਰਨ ਦਾ ਜਦੋਂ ਸਮਾਂ ਆਇਆ ਹੈ। ਜਨ ਲਿਏ ਲਾਭ ਸੋ ਸੁਣੋ ਕਹਾਣੀ। ਇਸ ਪ੍ਰਕਾਰ ਦੇ ਜਿਹੜੇ ਲੋਕ ਜਾਪ ਕਰਦੇ ਤਪ ਕਰਦੇ ਰਹੇ ਨੇ, ਚੰਗੇ ਕਰਮ ਕਰਦੇ ਰਹੇ ਨੇ, ਉਹ ਤਾਂ ਸਵਰਗਾਂ ਦੇ ਭਾਗੀ ਬਣਦੇ ਨੇ ਤੇ ਦੁਬਾਰੇ ਫਿਰ ਮਨੁੱਖਾ ਜੀਵਨ ਪ੍ਰਾਪਤ ਹੁੰਦਾ ਹੈ। ਤੇ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਹੋਈ ਹੈ, ਪੂਰੇ ਗੁਰੂ ਦੇ ਨਾਲ ਮੇਲ ਹੋਇਆ ਹੈ, ਜੋ ਅੰਮ੍ਰਿਤ ਅਪਲਾਖੀ ਬਣੇ ਨੇ। ਸਿਮਰਹਿ ਨਾਮ ਕਰਮ ਮਨ ਬਾਨੀ। ਜਿਹੜੇ ਪਰਮੇਸ਼ਰ ਦਾ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਸਾਧ ਕਰਕੇ ਨਾਮ ਸਿਮਰਦੇ ਨੇ, ਸੇਵਾ ਸਿਮਰਨ ਕਰਦੇ ਨੇ, ਸਤ ਸੰਗਤ ਕਰਦੇ ਹਨ। ਸੇ ਲਾਹਾ ਲੈ ਗੇ ਦਰਬਾਰਾ। ਕਹਿੰਦੇ ਅਸਲ ਦੇ ਵਿੱਚ ਤਾਂ ਮਹਾਰਾਜ ਕਹਿੰਦੇ ਉਹਨਾਂ ਲੋਕਾਂ ਨੇ ਲਾਹਾ ਪ੍ਰਾਪਤ ਕੀਤਾ ਹੈ, ਆਪਣੇ ਕੱਲੇ ਕੱਲੇ ਸਵਾਸ ਉੱਪਰ ਨਾਮ ਦੀ ਮੋਹਰ ਲਾਈ, ਐਸਾ ਲਾਹਾ ਲੈ ਕਰਕੇ ਸਤਖੰਡ ਗਏ ਨੇ। ਅਬ ਚਲ ਪਾਇਓ ਆਨੰਦ ਅਪਾਰਾ। ਐਸਾ ਕਦੇ ਵੀ ਨਾ ਨਾਸ਼ ਹੋਣ ਵਾਲਾ, ਨਾ ਮਿਟਣ ਵਾਲਾ ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਤਾਂ ਤੇ ਮਾਨੁਖ ਤਨ ਲਖ ਪੂੰਜੀ। ਇਸ ਲਈ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜਾ ਮਨੁੱਖਾ ਸਰੀਰ ਹੈ ਭਾਈ, ਇਸ ਨੂੰ ਸਮਝਣਾ ਕਰੋ, ਇਹਦਾ ਜੋ ਅਸਲ ਲਾਹਾ ਹੈ ਉਹ ਸਤ ਸੰਗਤ ਕਰਨੀ, ਨਾਮ ਸਿਮਰਨਾ ਹੈ। ਭਜੋ ਨਾਮ ਤਜ ਇੱਛਾ ਦੂਜੀ। ਦੂਜੀਆਂ ਇਛਾਵਾਂ ਨੂੰ ਛੱਡ ਦੇਵੋ, ਕਿਉਂਕਿ ਸਾਰੇ ਜਿਹੜੇ ਕਰਮ ਹਨ ਨਾ ਉਹ ਤਾਂ ਬਾਕੀ ਜੂਨਾਂ ਵਿੱਚ ਵੀ ਕੀਤੇ, ਬਾਕੀ ਜੂਨਾਂ ਅੰਦਰ ਵੀ ਵਿਸ਼ੇ ਵਿਕਾਰ ਭੋਗੇ ਨੇ ਤ੍ਰਿਸ਼ਨਾ ਦੀ। ਇਸ ਪ੍ਰਕਾਰ ਜਿਹੜੇ ਰੋਗ ਆਤਮ ਕ੍ਰੋਧ ਦੇ ਹੰਕਾਰ ਦੇ ਰੋਗ ਲੱਗੇ ਰਹੇ ਨੇ, ਇਹ ਬਾਕੀ ਜੂਨਾਂ ਅੰਦਰ ਵੀ ਭੋਗੇ ਹਨ। ਪਰ ਮਨੁੱਖਾ ਜੀਵਨ ਦਾ ਜੋ ਅਸਲ ਲਾਹਾ ਹੈ ਉਹ ਇਸ ਪ੍ਰਕਾਰ ਸਤ ਸੰਗਤ ਕਰਨੀ ਹੈ, ਸੇਵਾ ਸਿਮਰਨ ਕਰਨੀ ਹੈ। ਸੁਨ ਉਪਦੇਸ਼ ਧਨ ਧਨ ਕਹਈ। ਤੇ ਜਿਹੜੇ ਨਗਰ ਦੇ ਲੋਕ ਗੁਰੂ ਨਾਨਕ ਦੇਵ ਜੀਆਂ ਕੋਲ ਬੈਠੇ ਐਸਾ ਉਪਦੇਸ਼ ਸੁਣ ਕਰਕੇ ਸਤਿਗੁਰਾਂ ਦਾ ਧੰਨ ਧੰਨ ਕਹਿੰਦੇ ਨੇ। ਮਹਾਂਪੁਰਖ ਪੂਰਨ ਇਹ ਅਹੀ।
ਇਹ ਤਾਂ ਕੋਈ ਪੂਰਾ ਹੀ ਮਹਾਂਪੁਰਖ ਸਤਿਪੁਰਸ਼ ਹੈ, ਏਦਾਂ ਬੋਲਦੇ ਨੇ। ਜਿਨ ਮਾਨਿਓ ਪੁਨ ਕੀਨ ਕਮਾਵਨ। ਇਸ ਪ੍ਰਕਾਰ ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦਾ ਇਸ ਪ੍ਰਕਾਰ ਉਪਦੇਸ਼ ਸੁਣਿਆ ਔਰ ਮੰਨਿਆ ਹੈ, ਤਨਹੀ ਲਹਿਓ ਪਰਮ ਪਦ ਪਾਵਨ। ਜਿਨ੍ਹਾਂ ਨੇ ਜੀਵਨ ਅੰਦਰ ਸਤਿਗੁਰਾਂ ਦੇ ਬਚਨ ਕਮਾਏ ਹਨ, ਉਹਨਾਂ ਨੇ ਹੀ ਇਸ ਪ੍ਰਕਾਰ ਜਿਹੜੀ ਪੂਰਨ ਪ੍ਰਾਪਤੀ ਮੁਕਤੀ ਪ੍ਰਾਪਤ ਕੀਤੀ ਹੈ। ਬਹੁਰ ਗਵਨ ਕੀ ਕਰ ਅਬਲਾਖਾ। ਤੇ ਭਾਈ ਬਾਲਾ ਜੀ ਕਹਿੰਦੇ ਫਿਰ ਗੁਰੂ ਨਾਨਕ ਦੇਵ ਜੀਆਂ ਦੀ ਹੁਣ ਨਗਰ ਤੋਂ ਬਾਹਰ ਚੱਲਣ ਦੀ ਇੱਛਾ ਜਾਗੀ ਹੈ। ਮੌਜ ਪੁਨ ਮਰਦਾਨੇ ਸੋ ਭਾਖਾ। ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਮੈਨੂੰ ਅਤੇ ਭਾਈ ਮਰਦਾਨੇ ਤਾਈਂ ਕਹਿਣ ਲੱਗੇ ਨੇ, ਚਲੋ ਅਬੈ ਤਿਰਥਨ ਕੋ ਦੇਖੈ। ਚਲੋ ਭਾਈ ਬਾਲਾ ਮਰਦਾਨਾ ਜਾ ਕਰਕੇ ਤੀਰਥਾਂ ਦੇ ਦਰਸ਼ਨ ਕਰੀਏ ਜੀ। ਜਹ ਮਾਨਵ ਹਵੈ ਜਾਤ ਵਿਸੇਖੈ। ਜਿੱਥੇ ਵੱਖੋ ਵੱਖਰੀਆਂ ਜਾਤਾਂ ਦੇ ਮਨੁੱਖ ਇਕੱਠੇ ਹੁੰਦੇ ਨੇ। ਨਾਰਜ ਪਾਨ ਮੇਲ ਕਹਿ ਲਾਲੂ। ਤੇ ਜਦੋਂ ਗੁਰੂ ਨਾਨਕ ਦੇਵ ਜੀਆਂ ਨੇ ਘਰੋਂ ਜਾਣ ਦੀ ਗੱਲ ਕੀਤੀ ਹੈ, ਤੇ ਸਤਿਗੁਰਾਂ ਦੇ ਜੋ ਚਾਚਾ ਜੀ ਹਨ ਬਾਬਾ ਲਾਲ ਚੰਦ ਜੀ, ਉਹਨਾਂ ਨੇ ਦੋਨੋਂ ਹੱਥ ਜੋੜੇ ਬੇਨਤੀ ਕੀਤੀ ਹੈ। ਤਾਤ ਚਲੇ ਹਮਰੋ ਕਹਿ ਹਾਲੂ। ਭਤੀਜਾ ਜੀ ਦੇ ਪੁੱਤਰ ਜੀ, ਤੁਸੀਂ ਜੀ ਘਰ ਤੋਂ ਜਾ ਰਹੇ ਹੋ, ਤੁਹਾਡੇ ਮਾਤਾ ਪਿਤਾ ਜੀ ਪਹਿਲਾਂ ਚੜ੍ਹਾਈ ਕਰ ਗਏ ਨੇ, ਤੁਹਾਡੇ ਤੋਂ ਬਿਨਾਂ ਮੇਰਾ ਬਾਅਦ ਵਿੱਚ ਕੌਣ ਹੈ? ਤੁਸੀਂ ਮੇਰਾ ਆਸਰਾ ਹੋ, ਤੁਹਾਡੇ ਜਾਣ ਤੋਂ ਬਾਅਦ ਭਲਾ ਮੇਰਾ ਕੀ ਹਾਲ ਹੋਵੇਗਾ? ਝੂਠੋ ਜਗਤ ਸਾਚ ਧਰ ਆਪੂ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਵਿੱਚ ਕਿਸੇ ਦੂਜੇ ਦਾ ਆਸਰਾ ਤੱਕਣਾ, ਆਪਣੇ ਧੀ ਪੁੱਤਰਾਂ ਦਾ ਆਸਰਾ ਤੱਕਣਾ, ਜਾਂ ਕਿਸੇ ਰਿਸ਼ਤੇ ਨਾਤੇ ਸੰਬੰਧੀਆਂ ਦਾ ਆਸਰਾ ਤੱਕਣਾ, ਪਰ ਪਰਮੇਸ਼ਰ ਦਾ ਆਸਰਾ ਨਾ ਤੱਕਣਾ, ਇਹ ਸਭ ਝੂਠ ਹੈ। ਸਿਮਰ ਨਾਮ ਨਹਿ ਸੋਗ ਕਦਾਪੂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ ਚਾਚਾ ਜੀ ਬਸ ਬੈਠ ਕਰਕੇ ਪਰਮੇਸ਼ਰ ਦਾ ਨਾਮ ਸਿਮਰੋ ਹੁਣ, ਤੇ ਤੁਹਾਨੂੰ ਕਦੇ ਵੀ ਕੋਈ ਦੁੱਖ ਪ੍ਰਾਪਤ ਨਹੀਂ ਹੋਵੇਗਾ। ਦੋਹਰਾ ਜਾਫਲ ਸਤਿਗੁਰ ਬਚਨ ਕਰ। ਗੁਰੂ ਨਾਨਕ ਪਾਤਸ਼ਾਹ ਦੇ ਜੋ ਬਚਨ ਹਨ ਉਹ ਤਾਂ ਇੱਕ ਦਵਾਈ ਵਰਗੇ ਨੇ। ਮੋਹ ਸੰਨ ਕਰਨਾਸ। ਜਿਹੜੇ ਮੋਹ ਆਦਤ ਬੇਕਾਰ ਹਨ ਸਾਰਿਆਂ ਦਾ ਹੀ ਨਾਸ਼ ਕਰਦੇ ਮਿਟਾਉਂਦੇ ਨੇ। ਮੋਦ ਕੰਠ ਤਰ ਕਹਿਤ ਭਾ। ਇਸ ਪ੍ਰਕਾਰ ਆਪਣੇ ਜ਼ੁਬਾਨ ਤੋਂ ਸੁੰਦਰ ਰਸਨਾ ਤੋਂ ਗੁਰੂ ਨਾਨਕ ਦੇਵ ਜੀ ਬੜੇ ਆਨੰਦ ਦੇ ਬਚਨ ਕਹਿੰਦੇ ਨੇ। ਤਾਤ ਖੇਲ ਜਹ ਆਸ। ਇਸ ਪ੍ਰਕਾਰ ਤਾਤ ਖੇਲ ਜਹ ਆਸ, ਜਿਸ ਪ੍ਰਕਾਰ ਦੀ ਹੁਣ ਗੁਰੂ ਨਾਨਕ ਦੇਵ ਜੀਆਂ ਦੀ ਅੱਗੇ ਇੱਛਾ ਜਾਗੀ ਹੈ। ਚੌਪਈ ਸੁਣ ਸ੍ਰੀ ਅੰਗਦ ਧਾਰ ਉਮੰਗਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਹੜਾ ਅਗਲਾ ਇਤਿਹਾਸ ਬੜੇ ਉਤਸ਼ਾਹ ਨਾਲ ਸਰਵਣ ਕਰੋ ਜੀ। ਮੁਝ ਮਰਦਾਨੇ ਸੋ ਲੀਏ ਸੰਗਾ। ਭਾਈ ਬਾਲਾ ਜੀ ਕਹਿੰਦੇ ਮੈਨੂੰ ਔਰ ਮਰਦਾਨੇ ਨੂੰ ਸਤਿਗੁਰਾਂ ਨੇ ਨਾਲ ਲਿਆ ਹੈ। ਮਿਲ ਸਭ ਸੋ ਕੀਨੋ ਪ੍ਰਸਥਾਨਾ। ਸਾਰਿਆਂ ਹੀ ਲੋਕਾਂ ਤਾਈਂ ਮਿਲ ਕਰਕੇ ਨਮਸਕਾਰ ਕੀਤੀ, ਸਾਰਿਆਂ ਨੂੰ ਮਿਲੇ ਨੇ ਮਹਾਰਾਜ। ਜੀਤਨ ਦੰਬੀ ਜੇ ਅਗਿਆਨਾ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਰਾਏ ਹੋਏ ਦੀ ਤਲਵੰਡੀ ਆਪਣੇ ਨਗਰ ਤੋਂ ਚਾਲਾ ਪਾਇਆ ਹੈ, ਕਾਹਦੇ ਵਾਸਤੇ? ਪਖੰਡਾਂ ਨੂੰ ਜਿੱਤਣ ਵਾਸਤੇ, ਅਗਿਆਨ ਨੂੰ ਹਰਾਉਣ ਵਾਸਤੇ। ਕਬੈਤ ਦਿਗ ਵਿਜੈ ਹੇਤ ਸਾਜ, ਬੇਦੀ ਕੁਲ ਕੇਤ ਦਲ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਦਿਗ ਵਿਜੈ ਚਾਰੇ ਦਿਸ਼ਾਵਾਂ ਨੂੰ ਜਿੱਤਣ ਵਾਸਤੇ ਚੱਲੇ ਨੇ, ਬੇਦੀਆਂ ਦੀ ਕੁਲ ਦੇ ਨਿਸ਼ਾਨ ਸਰੂਪ। ਚਲੇ ਦੰਬ ਦਲਬੇ ਕੋ ਦਲਨ ਵਿਦਾਰਿਆ। ਮਹਾਰਾਜ ਆਪਣੇ ਸੁਭ ਗੁਣਾਂ ਦੀ ਫੌਜ ਲੈ ਕਰਕੇ ਮਹਾਰਾਜ ਤੁਰੇ ਨੇ। ਇਸ ਪ੍ਰਕਾਰ ਚੱਲੇ ਦੰਬ ਦਲਬੇ ਕੋ ਦਲਨ ਵਿਦਾਰਿਆ, ਪਖੰਡਾਂ ਤਾਈਂ ਦਲਨ ਵਾਸਤੇ ਲੰਘਣ ਵਾਸਤੇ ਤੁਰੇ ਨੇ। ਭਗਤ ਕੀ ਗੀਤ ਪਟ ਪ੍ਰੇਮ ਕੇ ਸਮੇਤ ਕਰ। ਗੁਰੂ ਨਾਨਕ ਪਾਤਸ਼ਾਹ ਕੋਲ ਭਗਤੀ ਦੀ ਫੌਜ ਹੈ, ਪ੍ਰੇਮ ਦਾ ਝੰਡਾ ਹੈ। ਕੀਰਤ ਨਿਸ਼ਾਨ ਕਨਹਾਰੋ ਕਨ ਭਾਰਿਆ। ਤੇ ਅਕਾਲ ਪੁਰਖ
ਵਾਹਿਗੁਰੂ ਜੀ ਜੋ ਵਡਿਆਈ ਕਰਦੇ ਨੇ, ਐਸੇ ਸਤਿਗੁਰਾਂ ਕੋਲ ਨਿਸ਼ਾਨੇ ਨਗਾਰੇ ਧਮਸੇ ਹਨ। ਗਿਆਨ ਕੋ ਖੜਗ ਧਾਰ ਜੁਗਤ ਕਮਾਨ ਕਰ। ਤੇ ਸਤਿਗੁਰਾਂ ਕੋਲ ਗਿਆਨ ਦੀ ਕਿਰਪਾਨ ਫੜੀ ਹੋਈ ਹੈ ਤੇ ਜੁਗਤੀਆਂ ਦਾ ਕਮਾਨ ਹੈ। ਨਾਨਾ ਦ੍ਰਿਸ਼ਟਾਂਤ ਲੀਨ ਸਲੀ ਮੁਖ ਧਾਰਿਆ। ਨਾਨਾ ਪ੍ਰਕਾਰ ਦੇ ਅਨੇਕਾਂ ਪ੍ਰਕਾਰ ਦੇ ਸਤਿਗੁਰਾਂ ਕੋਲ ਸਮਝਾਉਣ ਦੀ ਬਾਬਤ ਪ੍ਰਮਾਣ ਹਨ। ਐਸੇ ਸਤਿਗੁਰਾਂ ਕੋਲ ਸ੍ਰੀ ਮੁਖ ਤਿੱਖੀਆਂ ਤਕਰੀਰਾਂ ਵਾਲੇ ਜਾਣੋ ਤੀਰ ਹਨ। ਜਹਾਂ ਦੈਡ ਕੋਟ ਤਹਾਂ ਕਰਮਾਤ ਤੋਪ ਸੰਗ। ਤੇ ਜਿੱਥੇ ਦੇਵ ਗੰਧਾਰੀ ਵਰਗੇ ਵੱਡੇ ਵੱਡੇ ਹੰਕਾਰ ਦੇ ਕਿਲੇ ਖੜੇ ਨੇ ਤੇ ਕਿਲਿਆਂ ਨੂੰ ਢਾਉਣ ਵਾਸਤੇ ਤੀਰਾਂ ਜਾਂ ਕਿਰਪਾਨਾਂ ਦੀ ਲੋੜ ਨਹੀਂ ਪੈਂਦੀ। ਇਸ ਪ੍ਰਕਾਰ ਕਿਲਿਆਂ ਨੂੰ ਢਾਉਣ ਵਾਸਤੇ ਤੋਪਾਂ ਦੀ ਲੋੜ ਪੈਂਦੀ ਹੈ। ਜਿੱਥੇ ਕੋਈ ਹੰਕਾਰ ਦਾ ਕਿਲਾ ਮਿਲਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਰਾਮਾਤ ਦੀ ਤੋਪ ਚਲਾਉਂਦੇ ਨੇ। ਢਾਹੇ ਕੇ ਮੈਦਾਨ ਕੀਨ ਮਿਲੇ ਅਰਹਾਰਿਆ। ਵੱਡੇ ਵੱਡੇ ਹੰਕਾਰ ਦੇ ਕਿਲਿਆਂ ਨੂੰ ਢਾਹ ਕਰਕੇ ਮਹਾਰਾਜ ਪੱਧਰ ਧਰਤੀ ਕਰ ਦਿੰਦੇ ਨੇ ਤੇ ਜਿਹੜੇ ਹਾਰੇ ਹੋਏ ਲੋਕ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ। ਕਬੈਤ ਸਤਨਾਮ ਸਿਮਰਨ ਪਹਿਰ ਸਨਾਹ ਤਨ। ਤੇ ਸਤਿਗੁਰਾਂ ਨੇ ਸਤਨਾਮ ਦੇ ਸਿਮਰਨ ਦੀ ਸਰੀਰ ਉੱਪਰ ਸੰਜੋ ਪਹਿਨੀ ਹੋਈ। ਸੰਜੋ ਤੋਂ ਭਾਵ ਹੁੰਦਾ ਹੈ ਜਿਵੇਂ ਆਪਣੇ ਇਹ ਕੱਪੜੇ ਹੁੰਦੇ ਨੇ ਨਾ, ਕੋਈ ਲੋਹੇ ਦਾ ਕੱਪੜਾ ਪਹਿਨਿਆ ਹੋਵੇ, ਲੋਹੇ ਦਾ ਕੋਟ ਪਾਇਆ ਹੋਵੇ। ਜਿਵੇਂ ਆਪਾਂ ਪੁਰਾਤਨ ਸਮਿਆਂ ਦੇ ਵਿੱਚ ਵੇਖਦੇ ਹਾਂ ਕਿ ਫੌਜਾਂ ਦੇ ਸਰੀਰਾਂ ਦੇ ਉੱਪਰ ਜਾਲੀਦਾਰ ਕੱਪੜੇ ਪਾਏ ਹੁੰਦੇ ਸਨ ਕਿ ਜਿਨ੍ਹਾਂ ਵਿੱਚ ਦੀ ਕੋਈ ਗੋਲੀ ਜਾਂ ਕਿਰਪਾਨ ਦਾ ਵਾਰ ਜਾਂ ਤੀਰ ਦਾ ਵਾਰ ਨਾ ਹੋ ਸਕੇ। ਐਸਾ ਗੁਰੂ ਨਾਨਕ ਦੇਵ ਜੀਆਂ ਨੇ ਪਰਮੇਸ਼ਰ ਦੇ ਸਿਮਰਤ ਦਾ ਆਪਣੇ ਸਰੀਰ ਉੱਪਰ ਸੰਜੋਗ ਪਹਿਨਿਆ ਹੈ। ਕੋਟਕ ਤਾਰਕ ਦਰਬਾਰ ਨਾ ਕਟਤ ਹੈ। ਐਸੇ ਲੋਹੇ ਦੇ ਵਸਤਰ ਨੂੰ, ਲੋਹੇ ਦੀ ਸੰਜੋਗ ਜਿਹੜੇ ਲੋਕ ਗੁਰ ਇਤਿਹਾਸ ਉੱਪਰ ਤਰਕਾਂ ਕਰਦੇ ਨੇ, ਗੁਰੂ ਨਾਨਕ ਦੇ ਜੀਵਨ ਉੱਪਰ ਤਰਕਾਂ ਕਰਦੇ ਨੇ, ਉਹਨਾਂ ਦੀ ਤਰਕਾਂ ਦੇ ਤੀਰ, ਤਰਕਾਂ ਦੀਆਂ ਤਲਵਾਰਾਂ ਸਤਿਗੁਰਾਂ ਦੀ ਸੰਜੋਗ ਨੂੰ ਨਹੀਂ ਕੱਟ ਸਕਦੀਆਂ। ਨੀਵੋ ਮਨ ਰਾਖਨ ਅਗਾਰੀ ਹੈ ਸਿਪਰ ਢੈਡ। ਸਤਿਗੁਰਾਂ ਨੇ ਆਪਣਾ ਮਨ ਨੀਵਾ ਰੱਖਿਆ ਹੈ, ਸੁਭਾਅ ਵਿੱਚ ਨਿਮਰਤਾ ਹੈ, ਭਾਵ ਢਾਲ ਪਕੜੀ ਹੈ। ਰੋਸ ਰੂਪ ਤੀਰ ਜਾਂ ਕੋ ਛੋਏ ਨਾ ਸਕਤ ਹੈ। ਤੇ ਲੋਕਾਂ ਦੇ ਜਿਹੜੇ ਗੁੱਸਿਆਂ ਰੂਪੀ ਤੀਰ ਨੇ ਨਾ, ਰੋਸ ਵਰਗੇ ਤੀਰ ਨੇ, ਸਤਿਗੁਰੂ ਜੀ ਆਪਣੀ ਢਾਲ ਦੇ ਨਾਲ ਰੋਕਦੇ ਨੇ। ਕਰੁਣਾ ਕੀ ਰਥ ਉਪਕਾਰ ਕੇ ਤੁਰੰਗ ਜੋਰ। ਪ੍ਰਕਾਰ ਜਿਹੜਾ ਕਿਰਪਾ ਦਾ ਮਹਾਰਾਜ ਜੀਆਂ ਨੇ ਰਥ ਤਿਆਰ ਕੀਤਾ ਹੈ ਤੇ ਉਪਕਾਰ ਦੇ ਉਸ ਰਥ ਨਾਲ ਘੋੜੇ ਜੋੜੇ ਨੇ। ਸਤ ਕੀਨੋ ਸੂਤ ਬ੍ਰਿਤ ਡੋਰਨ ਜਟਤ ਹੈ। ਤੇ ਜਿਹੜਾ ਰਥ ਨੂੰ ਚਲਾਉਣ ਵਾਲਾ ਉਹ ਸੱਚਾ ਸੱਚ ਰਥਵਾਹੀ ਹੈ। ਸਤਿਗੁਰਾਂ ਨੇ ਜੀਵਨ ਅੰਦਰ ਸੱਚ ਹੀ ਕਮਾਇਆ ਹੈ। ਬ੍ਰਿਤ ਡੋਰਨ ਐਸੀ ਕਿਰਪਾ ਦ੍ਰਿਸ਼ਟੀ ਦੀਆਂ ਡੋਰਾਂ ਜਾਣੋ ਘੋੜਿਆਂ ਦੇ ਵਾਂਗਾ ਪਾਈਆਂ ਨੇ। ਧੀਰਜ ਸੰਤੋਖ ਦਾਨ ਆਦ ਤੇ ਵਿਗਿਆਨ ਜੋਧਾ। ਤੇ ਐਸੇ ਰਥ ਉੱਪਰ ਕਿਹੜੇ ਯੋਧੇ ਸਵਾਰ ਨੇ? ਸਤਿਗੁਰੂ ਜੀ ਕਹਿੰਦੇ ਧੀਰਜ ਵਰਗੇ, ਸੰਤੋਖ ਵਰਗੇ, ਦਾਨ ਵਰਗੇ ਜਿਹੜੇ ਸ਼ੁਭ ਗੁਣ ਹਨ, ਐਸੇ ਯੋਧੇ ਸਤਿਗੁਰਾਂ ਦੇ ਨਾਲ ਵਿਰਾਜਦੇ ਨੇ। ਜੜੇ ਮੋਹ ਜੀਤਬੇ ਕੋ ਮਾਰ ਹੀ ਰਟਤ ਹੈ। ਸ਼ੁਭ ਗੁਣਾਂ ਦੇ ਜਿਹੜੇ ਸਤਿਗੁਰਾਂ ਦੇ ਨਾਲ ਯੋਧੇ ਹਨ, ਮੋਹ ਆਦਿਕ ਵਿਕਾਰਾਂ ਨੂੰ ਮਾਰ ਲੋ ਪੁਕਾਰਦੇ ਨੇ। ਦੋਹਰਾ ਸਰਦਾ ਸਮਤਾ ਸੁਮਤ ਧਰਮ। ਜਿਹੜੀ ਸ਼ਰਧਾ ਭਾਵਨਾ ਵਰਗੇ, ਸ੍ਰੇਸ਼ਟ ਮਤ ਵਰਗੇ ਜਿਹੜੇ ਇਸ ਪ੍ਰਕਾਰ ਸ਼ੁਭ ਗੁਣ ਨੇ। ਭਾਉ ਭਲੇ ਇਸਨਾਨ। ਅੰਮ੍ਰਿਤ ਵੇਲੇ ਉੱਠ ਕੇ ਜੋ ਇਸ਼ਨਾਨ ਕਰਨਾ ਹੈ ਔਰ ਪ੍ਰੇਮਾ ਭਗਤੀ ਕਰਨੀ ਹੈ। ਤਿਆਗਕ ਦਾਲ ਲੈ ਗੁਰੂ। ਐਸੀ ਔਰ ਸ਼ੁਭ ਗੁਣਾਂ ਦੀ ਲੈ ਕਰਕੇ ਸਤਿਗੁਰੂ ਜੀ ਕਰਤ ਭੈ ਪ੍ਰਸਥਾਨ। ਗੁਰੂ ਨਾਨਕ ਦੇਵ ਜੀਆਂ ਨੇ ਰਾਏ ਭੋਏ ਦੀ ਤਲਵੰਡੀ ਤੋਂ ਹੁਣ ਚਾਲਾ ਪਾਇਆ ਹੈ। ਦੋਹਰਾ ਪੂਰਨ ਦੇਖਿਓ ਆਤਮਾ। ਕਵੀ ਸੰਤੋਖ ਸਿੰਘ ਜੀ ਇਤਿਹਾਸ ਦੀ ਅਰੰਭਤਾ ਦੇ ਉੱਪਰ ਮੰਗਲ ਕਰਦੇ ਨੇ ਕਿ ਜਿਹੜੇ ਗੁਰਮੁਖ ਲੋਕਾਂ ਨੇ ਆਪਣੀ ਪੂਰਨ ਆਤਮਾ ਪਰਮੇਸ਼ਰ ਵੇਖਿਆ ਹੈ। ਦਵੈਤ ਹੈ ਸਰਬ ਨਿਵਾਰ।
ਮਨ ਦੇ ਵਿੱਚੋਂ ਜਿਹੜੀਆਂ ਦਵੈਸ਼ ਭਾਵਨਾ ਈਰਖਾ ਆਦਤ ਵਰਗੇ ਔਗਣ ਹਨ ਉਹ ਸਾਰੇ ਹੀ ਖਤਮ ਕੀਤੇ ਨੇ। ਪਾਏ ਸ਼ਾਂਤ ਮਨ ਸੰਤ ਜੇ ਜਿਨ੍ਹਾਂ ਦੇ ਮਨ ਸੰਸਾਰ ਦੀਆਂ ਪਦਾਰਥਾਂ ਤੋਂ ਸ਼ਾਂਤ ਹੋ ਚੁੱਕੇ ਨੇ, ਜਿਨ੍ਹਾਂ ਦਾ ਸੁਭਾਅ ਸੰਤਾਂ ਵਾਲਾ ਬਣਿਆ ਹੈ। ਤਿੰਨ ਪਦ ਨਮੋ ਹਮਾਰ ਐਸਿਆਂ ਗੁਰਮੁਖਾਂ ਜਨਾਂ ਦੇ ਉੱਪਰ ਕਵੀ ਜੀ ਕਹਿੰਦੇ ਮੇਰੀ ਚਰਨਾਂ ਦੇ ਉੱਪਰ ਨਮਸਕਾਰ ਹੈ। ਸ੍ਰੀ ਬਾਲਾ ਸੰਦਰਵਾਚ ਭਾਈ ਬਾਲਾ ਜੀ ਜੋ ਸੰਧੂ ਬੋਲਦੇ ਹਨ ਇਸ ਪ੍ਰਕਾਰ ਅਗਲਾ ਇਤਿਹਾਸ ਸੁਣਾਉਂਦੇ ਨੇ। ਚੌਪਈ ਹੈਤ ਤੀਰਥ ਕੇ ਕੀਨ ਉਦਾਸੀ। ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਅਖੀਰਲੀ ਜੋ ਚੌਥੀ ਉਦਾਸੀ ਹੈ ਤੀਰਥਾਂ ਦੀ ਬਾਬਤ ਮਹਾਰਾਜ ਜੀਆਂ ਨੇ ਆਰੰਭ ਕੀਤੀ ਹੈ। ਕਰਨ ਨਿਹਾਲ ਨਰਨ ਸੁਖ ਰਾਸੀ। ਇਸ ਪ੍ਰਕਾਰ ਜਿਹੜੇ ਭੁੱਲੇ ਭਟਕੇ ਲੋਕ ਨੇ ਉਹਨਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ, ਜਿਹੜੇ ਕੁਰਾਹੇ ਤੁਰੇ ਹੋਏ ਲੋਕ ਨੇ ਉਹਨਾਂ ਨੂੰ ਸਿੱਧਾ ਰਸਤਾ ਦਿਖਾਉਣ ਵਾਸਤੇ ਸੁੱਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਚੱਲੇ ਨੇ। ਪ੍ਰਥਮੇ ਕੁਰਖੇਤਰ ਮਹਿ ਆਏ। ਇਸ ਪ੍ਰਕਾਰ ਸਭ ਤੋਂ ਪਹਿਲਾਂ ਮਹਾਰਾਜ ਅੰਬਾਲੇ ਤੋਂ ਅੱਗੇ ਜਿਹੜੀ ਕੁਰੂਕਸ਼ੇਤਰ ਦੀ ਧਰਤੀ ਹੈ, ਸਤਿਗੁਰੂ ਜੀ ਉੱਥੇ ਆਏ ਨੇ, ਜਿੱਥੇ ਇਸ ਪ੍ਰਕਾਰ ਜਿਹੜਾ ਦੁਆਪਰ ਤ੍ਰੇਤੇ ਯੁੱਗ ਦੇ ਜਿਹੜੇ ਯੁੱਧ ਹੋਏ ਨੇ ਮਹਾਭਾਰਤ ਵਰਗੇ, ਉਸ ਸਥਾਨ ਉੱਪਰ ਮਹਾਰਾਜ ਪਹੁੰਚੇ ਨੇ। ਵੈਸੇ ਏਕ ਥਾਨ ਮਨ ਭਾਏ। ਗੁਰੂ ਨਾਨਕ ਦੇਵ ਜੀ ਇੱਕ ਚੰਗੀ ਜੀ ਜਗ੍ਹਾ ਵੇਖ ਕਰਕੇ ਮਹਾਰਾਜ ਉੱਥੇ ਬਿਰਾਜੇ ਬੈਠੇ ਨੇ। ਸੂਰਜ ਪਰਬ ਹੁਤੋ ਤਹਿ ਕਾਲਾ। ਇਸ ਪ੍ਰਕਾਰ ਜਦੋਂ ਮਹਾਰਾਜ ਕੁਰੂਕਸ਼ੇਤਰ ਦੀ ਧਰਤੀ ਤੇ ਗਏ ਨੇ, ਉਹਨਾਂ ਸਮਿਆਂ ਦੇ ਵਿੱਚ ਸੂਰਜ ਨੂੰ ਗ੍ਰਹਿਣ ਲੱਗਦਾ ਸੀ। ਮੇਲਾ ਇਕੱਠੋ ਭਇਓ ਵਿਸਾਲਾ। ਕੁਰੂਕਸ਼ੇਤਰ ਦੇ ਤੀਰਥ ਦੇ ਉੱਪਰ ਬੜਾ ਭਾਰੀ ਜਿਹੜਾ ਮੇਲਾ ਭਰਿਆ ਕਰਦਾ ਸੀ। ਦਵੈਜ ਆਦਿਕ ਜੇ ਚਾਰੋ ਵਰਨੀ। ਜਿਹੜੇ ਇਸ ਪ੍ਰਕਾਰ ਪੰਡਤ ਹਨ ਜਾਂ ਹੋਰ ਜੋ ਚਾਰ ਵਰਨਾਂ ਨੇ, ਸ਼ੂਦਰ ਵੈਸ ਆਦਿਕ, ਇਹ ਸਾਰੇ ਚਾਰਾਂ ਵਰਨਾਂ ਦੇ ਲੋਕ ਉੱਥੇ ਇਕੱਠੇ ਹੋਇਆ ਕਰਦੇ ਸਨ। ਆਵਤ ਭੇਤ ਮੱਜਨ ਕਰਨੀ। ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਨੇ, ਭਾਈ ਬਾਲਾ ਜੀ ਦੱਸ ਰਹੇ ਨੇ ਕਿ ਅਸੀਂ ਕੁਰੂਕਸ਼ੇਤਰ ਦੇ ਤੀਰਥ ਦੇ ਰਸਤੇ ਵਿੱਚ ਬੈਠੇ ਹਾਂ ਤੇ ਜਿਹੜੇ ਚਾਰਾਂ ਵਰਨਾਂ ਦੇ ਲੋਕ ਨੇ ਉਸ ਸਥਾਨ ਉੱਪਰ ਇਸ਼ਨਾਨ ਕਰਨ ਵਾਸਤੇ ਆ ਰਹੇ ਨੇ। ਆਸ਼ਰਮ ਹੈ ਗ੍ਰਹਿਸਤਾਦਿਕ ਜੇਊ। ਤੇ ਜਿਹੜੇ ਚਾਰ ਆਸ਼ਰਮ ਹਨ, ਬ੍ਰਹਮਚਰਜ, ਗ੍ਰਸਤ ਆਸ਼ਰਮ, ਵਾਨਪ੍ਰਸਥ, ਸੰਨਿਆਸੀ ਆਦਿਕ, ਜਿਹੜੇ ਚਾਰਾਂ ਆਸ਼ਰਮਾਂ ਦੇ ਲੋਕ ਨੇ। ਆਵਤ ਭੇ ਚਾਰੋ ਮਿਲਤੇ ਉਹ ਵੀ ਚਾਰੇ ਇਸ ਪ੍ਰਕਾਰ ਆ ਰਹੇ ਨੇ, ਭਾਵ ਜਵਾਨ ਵੀ ਆ ਰਹੇ ਨੇ, ਬੱਚੇ ਵੀ ਆ ਰਹੇ ਨੇ, ਬੁੱਢੇ ਵੀ ਆ ਰਹੇ ਹਨ। ਖਟ ਦਰਸ਼ਨ ਤੇ ਆਦਿ ਜੇ ਔਰਾ। ਤੇ ਜਿਹੜੇ 6 ਦਰਸ਼ਨਾਂ ਦੇ ਇਸ ਪ੍ਰਕਾਰ ਮਤ ਹਨ, ਜਿਵੇਂ ਇਸ ਪ੍ਰਕਾਰ ਸੰਨਿਆਸੀ ਮਤ ਹੈ, ਸਰੇਵੜੇ ਹਨ ਆਦਿਕ, ਜਿਹੜੇ 6 ਮਤ ਹਨ ਜੋਗੀਆਂ ਜੰਗਮਾਂ ਦੇ, ਇਹ ਵੀ ਉੱਥੇ ਪਹੁੰਚੇ ਨੇ। ਪਰਬ ਕਾਰਨ ਆਏ ਤਹਿ ਠੌਰਾ। ਸਾਰੇ ਹੀ ਉੱਥੇ ਜਦੋਂ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਆ ਕਰਕੇ ਇਸ਼ਨਾਨ ਕਰਦੇ ਨੇ। ਸ੍ਰੀ ਨਾਨਕ ਠਾਨੀ ਮਨ ਐਸੇ। ਗੁਰੂ ਨਾਨਕ ਦੇਵ ਜੀਆਂ ਦੇ ਬੈਠਿਆਂ ਬੈਠਿਆਂ ਮਨ ਦੇ ਵਿੱਚ ਇਹ ਖਿਆਲ ਆਇਆ ਹੈ, ਇਨ ਸੋ ਚਰਚਾ ਕਰੀਏ ਕੈਸੇ। ਜਿਹੜੇ ਇੱਥੋਂ ਦੇ ਬੜੇ ਵਿਦਵਾਨ ਲੋਕ ਹਨ, ਹੰਕਾਰੀ ਲੋਕ ਨੇ, ਇਹਨਾਂ ਦੇ ਨਾਲ ਕਿਵੇਂ ਚਰਚਾ ਕਰੀਏ ਜੀ। ਪੰਡਿਤ ਬੜੇ ਹਿਰਦੇ ਜਿਨ ਗਰਬਾ। ਇੱਥੋਂ ਦੇ ਜਿਹੜੇ ਵਿਦਵਾਨ ਪੰਡਤ ਨੇ, ਪੜ੍ਹੀ ਹੋਈ ਵਿਦਿਆ ਦਾ ਬੜਾ ਹੰਕਾਰ ਕਰਦੇ ਨੇ। ਮਾਨੀ ਸੰਨਿਆਸੀ ਜੇ ਸਰਬਾ। ਜਿਹੜੇ ਸੰਨਿਆਸੀ ਲੋਕ ਆਪਣੇ ਆਪ ਨੂੰ ਸੰਨਿਆਸੀ ਅਖਵਾਉਂਦੇ ਨੇ ਕਿ ਸੰਸਾਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਅਸੀਂ ਸਾਰੀਆਂ ਗੱਲਾਂ ਤੋਂ ਸੰਨਿਆਸ ਲਿਆ ਹੈ, ਉਹ ਵੀ ਬੜੇ ਮਨ ਅੰਦਰ ਹੰਕਾਰੀ ਹਨ। ਇੱਕ ਸਥਾਨ ਮਹਿਕੀਨੋ ਆਸਨ। ਗੁਰੂ ਨਾਨਕ ਪਾਤਸ਼ਾਹ ਜੀ ਚੁੱਪ ਕਰਕੇ ਇੱਕ ਜਗ੍ਹਾ ਉੱਪਰ ਬਿਰਾਜੇ ਨੇ। ਬੈਸ ਰਹੇ ਮਦ ਦੰਭ ਬਿਨਾਸਨ। ਪਖੰਡਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਪਾਤਸ਼ਾਹ ਇੱਕ ਰਸ ਬਿਰਾਜੇ ਹੋਏ ਨੇ।
ਮਰਦਾਨਾ ਤਬ ਗਾਵਨ ਲਾਗਾ। ਤੇ ਭਾਈ ਮਰਦਾਨਾ ਜੀ ਹੁਣਾਂ ਨੇ ਰਬਾਬ ਚੱਕੀ ਹੈ, ਰਬਾਬ ਦੀਆਂ ਤਾਰਾਂ ਛੇੜੀਆਂ ਨੇ। ਮਧੁਰ ਰਾਗ ਸ ਔਰ ਅਨੁਰਾਗਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਬੜੀ ਮਿੱਠੀ ਆਵਾਜ਼ ਦੇ ਵਿੱਚ ਇਸ ਪ੍ਰਕਾਰ ਕੀਰਤਨ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ ਨੇ। ਦਹਿਸ਼ਨ ਇਕ ਰਾਨੀ ਸੁਤ ਲੀਨੇ। ਇੰਨੇ ਕੁ ਸਮੇਂ ਨੂੰ ਆਪਣੇ ਪੁੱਤਰ ਨੂੰ ਨਾਲ ਲੈ ਕਰਕੇ ਇੱਕ ਰਾਜੇ ਦੀ ਰਾਣੀ ਆਈ ਹੈ। ਆਈ ਨਿਕਟ ਬੰਦਨਾ ਕੀਨੇ। ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕਰਕੇ ਉਸ ਰਾਣੀ ਨੇ ਨਮਸਕਾਰ ਕੀਤੀ ਹੈ। ਦੇਖ ਕੇ ਸੱਤਰ ਪ੍ਰਬਲ ਬਹੁ ਬਾਡੇ। ਤੇ ਕਹਿਣ ਲੱਗੀ ਹੈ ਕਿ ਇਹ ਸੰਸਾਰ ਦੇ ਮਾਲਕ, ਇਹ ਸੰਤ ਸਰੂਪ ਜਿਹੜੇ ਸਾਡੇ ਦੁਸ਼ਮਣ ਹਨ ਉਹ ਬੜੇ ਵੱਧ ਗਏ ਨੇ। ਦੇਸ ਖੋਸ ਤੇ ਪੁਰ ਤੇ ਕਾਟੇ। ਇਸ ਪ੍ਰਕਾਰ ਐਸਾ ਯੁੱਧ ਹੋਇਆ ਜਿਸ ਵਿੱਚ ਮੇਰਾ ਪਤੀ ਰਾਜਾ ਮਾਰਿਆ ਗਿਆ ਹੈ ਤੇ ਦੂਸਰੇ ਰਾਜੇ ਨੇ ਆ ਕਰਕੇ ਸਾਡੇ ਨਗਰਾਂ, ਸਾਡੇ ਇਲਾਕੇ ਉੱਪਰ ਕਬਜ਼ਾ ਕੀਤਾ ਹੈ। ਮੈਨੂੰ ਤੇ ਮੇਰੇ ਪੁੱਤਰ ਨੂੰ ਸਾਡੇ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਹੈ। ਭਾਈ ਦੀਨ ਪਿਖ ਸੰਤ ਕਿਰਪਾਲਾ। ਤੇ ਆਪ ਜੀਆਂ ਦਾ ਸੁੰਦਰ ਸਰੂਪ ਵੇਖ ਕਰਕੇ ਮਨ ਨੂੰ ਸ਼ਾਂਤੀ ਆਈ ਹੈ। ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ। ਆਨ ਬੇਨਤੀ ਕੀਨ ਵਿਸਾਲਾ। ਇਸ ਪ੍ਰਕਾਰ ਆ ਕਰਕੇ ਸਤਿਗੁਰਾਂ ਤਾਈਂ ਬੇਨਤੀਆਂ ਕਰਦੀ ਹੈ। ਤਹਿ ਭੂਪਤ ਸੁਤ ਮ੍ਰਿਗ ਕੋ ਮਾਰੀ। ਤੇ ਜਿਹੜਾ ਇਸ ਪ੍ਰਕਾਰ ਉਸ ਰਾਣੀ ਦਾ ਪੁੱਤਰ ਹੈ ਉਹ ਇੱਕ ਹਿਰਨ ਨੂੰ ਮਾਰ ਕਰਕੇ ਸਤਿਗੁਰਾਂ ਦੇ ਕੋਲ ਲਿਆਇਆ। ਭਾਵ ਕੀ ਹੈ ਕਿ ਜਦੋਂ ਵੀ ਕਿਸੇ ਸੰਤ ਮਹਾਂਪੁਰਖ ਕੋਲ ਜਾਣਾ ਹੋਵੇ, ਰਾਜੇ ਕੋਲੇ ਜਾਣਾ ਹੋਵੇ, ਗੁਰੂ ਕੋਲ ਜਾਣਾ ਹੋਵੇ, ਕਦੇ ਵੀ ਖਾਲੀ ਹੱਥ ਨਹੀਂ ਜਾਈਦਾ। ਇਸ ਲਈ ਭੇਡਾਂ ਦੇ ਵਿੱਚ ਉਹ ਇੱਕ ਹਿਰਨ ਨੂੰ ਮਾਰ ਕੇ ਲੈ ਕੇ ਆਇਆ ਹੈ। ਧਰੀ ਭੇਟ ਤਨ ਗੁਰੂ ਅਗਾਰੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਮਰਿਆ ਹੋਇਆ ਹਿਰਨ ਰੱਖਿਆ ਹੈ। ਕਹੈ ਸੋ ਰਿਪਨ ਦੀਨ ਨਿਕਾਰੇ। ਤੇ ਇਸ ਪ੍ਰਕਾਰ ਬੇਨਤੀਆਂ ਕਰਨ ਲੱਗਾ ਹੈ ਕਿ ਸਮੇਂ ਦੇ ਰਾਜੇ ਨੇ ਸਾਨੂੰ ਸਾਡੇ ਨਗਰ ਤੋਂ ਕੱਢ ਦਿੱਤਾ ਹੈ। ਅਬ ਹਮ ਆਏ ਅਬ ਪਾਸ ਤੁਮਾਰੇ। ਤੇ ਜਗਤ ਸੁਆਮੀ ਅਸੀਂ ਆਪ ਜੀਆਂ ਦਾ ਆਸਰਾ ਤੱਕਿਆ, ਆਪ ਜੀਆਂ ਦੇ ਕੋਲ ਆਏ ਹਾਂ। ਕਿਰਪਾ ਕਰੋ ਬਚ ਭਾਖੋ ਐਸੇ। ਸਾਡੇ ਉੱਪਰ ਕਿਰਪਾ ਕਰੋ, ਐਸੇ ਕਿਰਪਾ ਦੇ ਬਚਨ ਕਰੋ ਜੀ। ਰਾਜ ਹਮੇ ਪ੍ਰਾਪਤ ਹਵੇ ਜੈਸੇ। ਜਿਹੜਾ ਸਾਡਾ ਰਾਜ ਭਾਗ ਵਿਗੜ ਚੁੱਕਾ ਹੈ, ਹੋਰਾਂ ਹੱਥਾਂ ਵਿੱਚ ਜਾ ਵੜਿਆ ਹੈ, ਉਹ ਸਾਡਾ ਰਾਜ ਭਾਗ ਸਾਨੂੰ ਪ੍ਰਾਪਤ ਹੋ ਜਾਵੇ ਜੀ। ਸੁਨ ਤਿੰਨ ਕਹਿ ਗੁਰੂ ਕਿਰਪਾਲਾ। ਉਹਨਾਂ ਦੀਆਂ ਬੇਨਤੀਆਂ ਸੁਣ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਨੇ, ਬ੍ਰਹਮ ਭੋਜ ਤੁਮ ਕਰੋ ਵਿਸਾਲਾ। ਕਹਿਣ ਲੱਗੇ ਹੈ ਰਾਜੇ ਦੇ ਪੁੱਤਰ, ਹੈ ਰਾਣੀ, ਤੁਸੀਂ ਆਪਣੇ ਮਹਿਲਾਂ ਅੰਦਰ, ਆਪਣੇ ਘਰਾਂ ਦੇ ਅੰਦਰ ਜਾ ਕਰਕੇ ਬ੍ਰਹਮ ਭੋਜਨ ਤਿਆਰ ਕਰੋ। ਭਾਵ ਜਿਹੜੇ ਨਾਮ ਜਪਣ ਵਾਲਿਆਂ ਦੇ ਛਕਣ ਦੇ ਲਾਇਕ ਹੋਵੇ। ਪ੍ਰਾਪਤ ਹਵੇ ਹੈ ਰਾਜ ਬਹੋਰੀ। ਸੰਤਾਂ ਮਹਾਂਪੁਰਖਾਂ ਨੂੰ ਭੋਜਨ ਛਕਾ ਕਰਕੇ, ਸਾਧੂਆਂ ਨੂੰ ਭੋਜਨ ਛਕਾ ਕਰਕੇ ਉਹਨਾਂ ਤੋਂ ਅਰਦਾਸ ਬੇਨਤੀਆਂ ਕਰਵਾਵੋ, ਫਿਰ ਆਪ ਜੀਆਂ ਦਾ ਰਾਜ ਭਾਗ ਜ਼ਰੂਰ ਪ੍ਰਾਪਤ ਹੋਵੇਗਾ। ਸੋ ਬੋਲੇ ਤਬ ਦਬੈ ਕਰ ਜੋਰੀ। ਦੋਨੋਂ ਹੱਥ ਜੋੜੇ ਨੇ ਰਾਣੀ ਨੇ, ਉਸ ਦੇ ਪੁੱਤਰ ਨੇ ਇਸ ਪ੍ਰਕਾਰ ਬੇਨਤੀ ਕੀਤੀ ਹੈ। ਭੋਜਨ ਹਿਤ ਹਮ ਪਾਸ ਨਾ ਦਰਬਾਰ। ਕਹਿਣ ਲੱਗੇ ਮਹਾਰਾਜ ਸਾਡਾ ਸਾਰਾ ਰਾਜ ਭਾਗ ਉਜੜ ਚੁੱਕਾ ਹੈ ਤੇ ਭੋਜਨ ਬਣਾਉਣ ਵਾਸਤੇ ਸਾਡੇ ਕੋਲ ਮਾਇਆ ਨਹੀਂ ਹੈ। ਕਰਤ ਜੁਦ ਤਹਿ ਖਰਚੇ ਸਰਬਾ। ਜਿੰਨਾ ਵੀ ਸਾਡੇ ਕੋਲ ਧਨ ਦੌਲਤ ਸੀ, ਯੁੱਧਾਂ ਜੰਗਾਂ ਦੇ ਵਿੱਚ ਸਾਰਾ ਖਰਚ ਦਿੱਤਾ ਹੈ। ਆਪ ਹਮ ਆਏ ਰੰਗ ਸਮਾਨਾ। ਆਪਾਂ ਅਸੀਂ ਕੰਗਾਲ ਹਾਂ, ਗਰੀਬ ਹਾਂ, ਆਪ ਜੀਆਂ ਦੇ ਚਰਨਾਂ ਦੀ ਓਟ ਕੱਟੀ ਹੈ। ਆਏ ਸਰਨੰ ਸੰਤ ਮਹਾਨਾ। ਇਹ ਮਹਾਨ ਸੰਤ ਸਰੂਪ ਗੁਰੂ ਨਾਨਕ ਦੇਵ ਜੀ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ। ਸ੍ਰੀ ਗੁਰ ਕਹੈ ਕਰੋ ਅਸਰੀਤੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਭਾਈ ਏਦਾਂ ਕਰੋ, ਕੋਰੋ ਮਟਕਾ ਆਨ ਸੁਪ੍ਰੀਤੀ। ਬੜੇ ਪ੍ਰੇਮ ਦੇ ਨਾਲ ਇੱਕ ਜਿਹੜਾ ਕੋਰਾ ਭਾਂਡਾ ਹੈ, ਕੋਰਾ ਘੜਾ ਹੈ, ਉਸ ਨੂੰ ਲਿਆਉਣਾ ਕਰੋ। ਐਸ ਮ੍ਰਿਗ
ਕੋ ਸਭ ਮਾਸ ਸਵਾਰੋ। ਤੇ ਭੋਜਨ ਬਣਾਉਣ ਵਾਸਤੇ ਧਨ ਦੌਲਤ ਤਾਂ ਤੁਹਾਡੇ ਕੋਲ ਨਹੀਂ ਹੈ, ਤੇ ਜਿਹੜਾ ਆ ਹਿਰਨ ਮਾਰ ਕੇ ਲੈ ਕੇ ਆਏ ਹੋ ਨਾ, ਇਸ ਨੂੰ ਚੰਗੀ ਤਰ੍ਹਾਂ ਸਵਾਰਨਾ ਕਰੋ ਜੀ। ਭਲੀ ਪ੍ਰਕਾਰ ਤਾਹੇ ਮਹਿ ਡਾਰੋ। ਤੇ ਭਲੀ ਪ੍ਰਕਾਰ ਇਸ ਨੂੰ ਉਸ ਘੜੇ ਦੇ ਵਿੱਚ ਪਾ ਦੇਵੋ। ਮਾਰਨ ਸਰਬ ਪਾਏ ਇਸ ਮਾਹੀ। ਤੇ ਇਸ ਪ੍ਰਕਾਰ ਜਿਵੇਂ ਦਾਲਾਂ ਦੇ ਵਿੱਚ ਮਿਰਚਾਂ ਮਸਾਲੇ ਪੈਂਦੇ ਨੇ, ਇਹਦੇ ਵਿੱਚ ਪਾ ਦੇਵੋ। ਅਗਨ ਬਾਰ ਰਿਦਹੁ ਅਬ ਤਾਹੀ। ਤੇ ਘੜੇ ਨੂੰ ਚੁੱਲ੍ਹੇ ਉੱਪਰ ਰੱਖ ਕਰਕੇ ਥੱਲੇ ਅੱਗ ਬਾਲ ਦੇਵੋ ਜੀ। ਇਸ ਪ੍ਰਕਾਰ ਕੀ ਆਇਸ ਸੁਣ ਕੇ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਸੁਣ ਕਰਕੇ ਕਰਤ ਭਏ ਤਸ ਸਭ ਵਿਦ ਗੁਣ ਕੈ। ਜਿਵੇਂ ਜਿਵੇਂ ਮਹਾਰਾਜ ਜੀਆਂ ਨੇ ਦੱਸਿਆ ਹੈ, ਉਸੇ ਪ੍ਰਕਾਰ ਰਾਜੇ ਦਾ ਪੁੱਤਰ ਕਰਦਾ ਹੈ। ਚੁੱਲ੍ਹੇ ਕੋ ਕਰ ਮਟਕਾ ਧਾਰੋ। ਚੁੱਲ੍ਹੇ ਨੂੰ ਬਣਾ ਕਰਕੇ ਉਸ ਦੇ ਉੱਪਰ ਇੱਕ ਘੜਾ ਰੱਖਿਆ ਹੈ। ਮਾਸ ਮਿਰਗ ਕੋ ਸਰਬ ਸਵਾਰਿਓ। ਸਾਰਾ ਜਿਹੜਾ ਹਿਰਨ ਦਾ ਮਾਸ ਕੱਟ ਕਰਕੇ ਸਵਾਰ ਕਰਕੇ ਤਮ ਹੈ ਪਾਏ ਹੁਤਾਸਨ ਬਾਰਾ। ਘੜੇ ਦੇ ਵਿੱਚ ਪਾ ਕਰਕੇ ਥੱਲੇ ਅੱਗ ਬਾਲੀ ਹੈ। ਬਹੁਰੇ ਵਿਪਰਨ ਜਬਹਿ ਨਿਹਾਰਾ। ਤੇ ਜਦੋਂ ਕੁਰੂਕਸ਼ੇਤਰ ਦੀਆਂ ਪੰਡਤਾਂ ਨੇ ਇਹ ਸਾਰਾ ਕੁਝ ਹੁੰਦਾ ਵੇਖਿਆ ਹੈ। ਵਿਦਿਆ ਮਹਿ ਪੰਡਤ ਬਡਮਾਨੀ। ਜਿਹੜੇ ਪੜ੍ਹੀ ਹੋਈ ਵਿਦਿਆ ਦਾ ਪੰਡਤ ਬੜੇ ਹੰਕਾਰ ਕਰਦੇ ਨੇ। ਨਿਕਸਿਓ ਧੂਮ ਦੇਖ ਰਿਸਠਾਨੀ। ਜਦੋਂ ਇਸ ਪ੍ਰਕਾਰ ਲੱਟ ਲੱਟ ਅੱਗ ਬਲੀ ਹੈ, ਧੂਆਂ ਉੱਪਰ ਨਿਕਲਿਆ ਹੈ। ਆਜ ਤਰਨ ਕੋ ਗ੍ਰਹਿਣ ਆਕਾਸ਼ਾ। ਤੇ ਉਸ ਸਮੇਂ ਸੂਰਜ ਨੂੰ ਗ੍ਰਹਿਣ ਲੱਗਿਆ ਵੇਖ ਕਰਕੇ ਇਹ ਅਜਾਨ ਰਿਜਨ ਲਗਮਾਸਾ। ਜਿਹੜੇ ਹੰਕਾਰੀ ਪੰਡਤ ਗੱਲਾਂ ਕਰਦੇ ਨੇ, ਇਹ ਕਿਹੜਾ ਅਣਜਾਣ ਹੈ ਜਿਸ ਨੇ ਅੱਜ ਦੇ ਦਿਨ ਮਾਸ ਰੰਨਿਆ ਹੈ। ਲੇਕਰ ਕੋ ਤੁਕੇ ਸ਼ਸਤਰ ਅਪਾਰਿਆ ਅਪਾਰਾ। ਆਪਣੇ ਹੱਥਾਂ ਦੇ ਵਿੱਚ ਇਸ ਪ੍ਰਕਾਰ ਡਾਂਗਾ ਸੋਟੇ ਲੈ ਕਰਕੇ ਆਏ ਨਿਕਟ ਕਹੈ ਕਰਹੁ ਪ੍ਰਹਾਰਾ। ਤੇ ਗੁਰੂ ਨਾਨਕ ਦੇਵ ਜੀਆਂ ਦੇ ਵੱਲ ਤੁਰੇ ਨੇ ਇਸ ਪ੍ਰਕਾਰ। ਕੋ ਤੇਰੋ ਹੈ ਬਚਨ ਅਧਰਮੀ। ਕਹਿਣ ਲੱਗਾ ਕਿ ਤੁਹਾਡਾ ਵਰਨ ਕਿਹੜਾ ਹੈ, ਇਹ ਧਰਮੀ ਸਾਨੂੰ ਦੱਸਣਾ ਕਰੋ। ਕੋ ਕੀਨੋ ਹੈ ਕਰਮ ਕੋ ਕਰਮੀ। ਐਸਾ ਛੋਟਾ ਕਰਮ ਅੱਜ ਦੇ ਸ਼ੁਭ ਦਿਨ ਵਿੱਚ ਤੁਸੀਂ ਕਿਉਂ ਕੀਤਾ ਹੈ। ਦਿਵਸ ਆਜ ਕੇ ਤੁਰਕ ਜੇ ਮਾਨਵ। ਅੱਜ ਦੇ ਦਿਨ ਤਾਂ ਜਿਹੜੇ ਮੁਸਲਮਾਨ ਵੀ ਹੁੰਦੇ ਨੇ, ਸੋ ਪੀਤਰਾਸ ਹਿਰਦੈ ਬਹੁਠਾਵਨ। ਉਹ ਵੀ ਅੱਜ ਦੇ ਦਿਨ ਬੜਾ ਪ੍ਰੇਮ ਧਾਰਦੇ ਨੇ, ਹਿਰਦੇ ਅੰਦਰ ਡਰ ਧਾਰਦੇ ਨੇ। ਐਸਾ ਛੋਟਾ ਕਰਮ ਉਹ ਵੀ ਨਹੀਂ ਕਰਦੇ। ਕਰ ਇਸਨਾਨ ਦੇਨ ਪੁਨਦਾਨਾ। ਅੱਜ ਦੇ ਦਿਨ ਤਾਂ ਜਿਹੜੇ ਲੋਕ ਇਸ਼ਨਾਨ ਪਾਣ ਇਸ ਤੀਰਥ ਉੱਪਰ ਕਰਕੇ ਦਾਨ ਪੁੰਨ ਕਰਦੇ ਨੇ। ਇਨ ਕਾਜਨ ਕੋ ਕਾਲ ਮਹਾਨਾ। ਅੱਜ ਦਾ ਸਮਾਂ ਹੈ ਜਿਹੜਾ ਦਾਨ ਪੁੰਨ ਕਰਨ ਦਾ ਬੜਾ ਮਹਾਨ ਸਮਾਂ ਹੈ। ਦੁਖਰਾ ਸੁਣ ਕਰ ਤਿੰਤੇ ਸ੍ਰੀ ਗੁਰੂ। ਸੁਣ ਕਰਕੇ ਉਹਨਾਂ ਹੰਕਾਰੀ ਪੰਡਤਾਂ ਦੇ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਹੇ ਅਸਰੀਤ। ਇਸ ਪ੍ਰਕਾਰ ਮਹਾਰਾਜ ਬੋਲੇ ਨੇ। ਸੁਦਾ ਲੱਗੀ ਮੋਕੋ ਬੜੀ। ਗੁਰੂ ਨਾਨਕ ਦੇਵ ਜੀ ਕਹਿੰਦੇ, ਭਾਈ ਸਾਨੂੰ ਬੜੀ ਭਾਰੀ ਭੁੱਖ ਲੱਗੀ ਸੀ। ਐਤ ਆਹਾਰ ਕਿਛ ਕੀਤ। ਤੇ ਅਸੀਂ ਕੁਝ ਖਾਣਾ ਚਾਹੁੰਦੇ ਸੀ। ਚੌਪਈ ਦੇਜ ਤਬ ਬੋਲੇ ਬਚਨ ਕਠੋਰਾ। ਬੜੇ ਕੌੜੇ ਬਚਨ ਇਸ ਪ੍ਰਕਾਰ ਜਿਹੜੇ ਪੰਡਤ ਬੋਲੇ ਨੇ। ਕਿਆ ਰੀਦਿਓ ਤੁਮ ਤਰਾਸ ਨ ਥੋਰਾ। ਅੱਜ ਦੇ ਦਿਨ ਤੀਰਥਾਂ ਤੇ ਆ ਕਰਕੇ ਤੁਸੀਂ ਮਾਸ ਰੰਨਿਆ, ਤੁਹਾਨੂੰ ਰੱਤੀ ਭਰ ਕਿਸੇ ਦਾ ਡਰ ਨਹੀਂ ਹੈ। ਬਿਨਾ ਬਿਲਮ ਸੋ ਦੇਹੋ ਦਿਖਾਈ। ਜਿਹੜੇ ਹੋਰ ਸਿਆਣੇ ਜਿਹੜੇ ਵਿਦਵਾਨ ਪੰਡਤ ਆਏ ਨੇ ਨਾ, ਕਹਿੰਦੇ ਬਿਨਾ ਦੇਰੀ ਤੋਂ ਸਾਨੂੰ ਦਿਖਾ ਦੇਵੋ ਕੀ ਰੰਨਿਆ ਹੈ। ਨਾਤਰ ਤੁਝ ਮਾਰੇ ਇਹ ਥਾਈ। ਨਹੀਂ ਤਾਂ ਤੁਹਾਨੂੰ ਇੱਥੇ ਹੀ ਸੋਟੇ ਮਾਰ ਮਾਰ ਕੇ ਮਾਰ ਦੇਵਾਂਗੇ। ਤਬ ਜਿਨ ਦੇਖਿਓ ਸੋ ਦਵੈਜ ਕਹੀ। ਤੇ ਜਿਨ੍ਹਾਂ ਪੰਡਤਾਂ ਨੇ ਆਪਣੇ ਅੱਖੀਂ ਹਿਰਨ ਨੂੰ ਕੱਟਦਿਆਂ ਵੱਢਦਿਆਂ ਔਰ ਘੜੇ ਵਿੱਚ ਪਾਉਂਦਿਆਂ ਵੇਖਿਆ ਸੀ। ਇਸ ਮਟਕੇ ਮਹਿ ਆਮਿਖ ਅਹੀ। ਉਹ ਉੱਚੀ ਉੱਚੀ ਰੌਲਾ ਪਾਉਣ ਲੱਗੇ ਨੇ, ਕਹਿੰਦੇ ਇਹਦੇ ਵਿੱਚ ਭਲਾ ਕੀ ਹੋਵੇਗਾ। ਅੱਖੀਂ ਵੇਖਿਆ ਹੈ ਮਾਸ ਹੀ ਹੈ। ਹਮਰੇ ਦੇਖਤ ਇਨਹੇ ਸਵਾਰਾ। ਸਾਡੇ ਵੇਖਦਿਆਂ ਵੇਖਦਿਆਂ ਇਹਨਾਂ ਨੇ ਹਿਰਨ ਨੂੰ ਵੱਢਿਆ ਹੈ। ਪਾਏ ਬੀਚ
ਪਾਵਕ ਕੋ ਬਾਰਾ। ਤੇ ਘੜੇ ਦੇ ਵਿੱਚ ਪਾ ਕਰਕੇ ਥੱਲੇ ਅੱਗ ਬਾਲੀ ਹੈ। ਮਾਰੋ ਇਸੇ ਨਾ ਲਾਭ ਹੋ ਬੇਰਾ। ਇਸ ਲਈ ਕੋਈ ਵਿਚਾਰ ਨਾ ਕਰੋ, ਸੋਟਿਆਂ ਦੇ ਵਾਰ ਕਰਕੇ ਇਸ ਨੂੰ ਮਾਰ ਦੇਵੋ। ਆਸਕ ਕਾਜ ਕੋ ਕਰੇ ਨਾ ਫੇਰਾ। ਐਸੀ ਡਾਂਗ ਫੇਰੋ, ਐਸੀਆਂ ਸੱਟਾਂ ਮਾਰੋ ਕਿ ਐਸਾ ਕੋਈ ਖੋਟਾ ਕਰਮ ਫਿਰ ਭੁੱਲ ਕੇ ਨਾ ਕਰੇ। ਧਰਮ ਰੀਤ ਇਨ ਦੀਨ ਬੇਗਾਰੀ। ਇਹਨਾਂ ਨੇ ਤਾਂ ਸਾਰੀ ਜਿਹੜੀ ਤੀਰਥਾਂ ਦੀ ਮਰਿਆਦਾ ਧਰਮ ਦੀ ਰੀਤੀ ਵਿਗਾੜ ਦਿੱਤੀ ਹੈ। ਆਗ ਨਾ ਹੋਤ ਐਸਨ ਕੋ ਮਾਰੀ। ਇਸ ਪ੍ਰਕਾਰ ਇਹਨਾਂ ਨੂੰ ਮਾਰ ਦੇਣਾ, ਕੁੱਟ ਦੇਣਾ ਕੋਈ ਪਾਪ ਦਾ ਕੰਮ ਨਹੀਂ, ਸਗੋਂ ਪੁੰਨ ਦਾ ਕੰਮ ਹੈ। ਦੋਹਰਾ ਗੁਰੂ ਕਹੈ ਬਲ ਕਰੋ ਜੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੇਕਰ ਤੁਹਾਡੇ ਵਿੱਚ ਐਸਾ ਜ਼ੋਰ ਹੈ, ਖਾਤਨ ਵਿਖੇ ਹਿਤ ਹੋਏ। ਜੇਕਰ ਸਾਨੂੰ ਮਾਰ ਕਰਕੇ ਹੀ ਤੁਹਾਨੂੰ ਖੁਸ਼ੀ ਮਿਲੇਗੀ। ਜਿਉ ਮਨ ਹੈ ਤਿਉ ਕਰੋ ਅਬ। ਜਿਵੇਂ ਫਿਰ ਭਾਈ ਤੁਹਾਡੇ ਮਨ ਵਿੱਚ ਹੈ ਉਵੇਂ ਕਰ ਲਵੋ। ਵਰਜਤ ਇਹਾਂ ਨ ਕੋਏ। ਅਸੀਂ ਤੁਹਾਨੂੰ ਕਦੇ ਵੀ ਰੋਕਾਂਗੇ ਨਹੀਂ। ਚੌਪਈ ਜੇ ਤੁਮ ਹਮਸੋ ਚਰਚਾ ਕਰਨੀ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਜੇਕਰ ਭਾਈ ਤੁਸੀਂ ਸਾਡੇ ਨਾਲ ਵਿਚਾਰ ਚਰਚਾ ਕਰਨੀ ਹੈ। ਧਰਮ ਅਧਰਮ ਰੀਤ ਜਿਉ ਬਰਨੀ। ਕਿ ਧਰਮ ਕੀ ਹੈ, ਅਧਰਮ ਕੀ ਹੈ, ਕਿਸ ਪ੍ਰਕਾਰ ਦਾ ਮਾਸ ਖਾਣਾ ਚਾਹੀਦਾ ਹੈ, ਕਿਸ ਪ੍ਰਕਾਰ ਦਾ ਨਹੀਂ ਖਾਣਾ ਚਾਹੀਦਾ। ਤੋ ਪੰਡਤ ਸਭ ਮਿਲ ਸੰਨਿਆਸੀ। ਫਿਰ ਭਾਈ ਆਪਣਾ ਸਾਰਾ ਜਿਹੜਾ ਲੌਂਗ ਲਾਣਾ ਇਕੱਠਾ ਕਰ ਲਵੋ, ਸਾਰੇ ਪੰਡਤ ਸੰਨਿਆਸੀ ਇਕੱਠੇ ਹੋ ਜਾਵੋ। ਆਏ ਕਰੋ ਚਰਚਾ ਹਮ ਪਾਸੀ। ਤੇ ਸਾਡੇ ਕੋਲ ਆ ਕਰਕੇ ਸਾਡੇ ਨਾਲ ਵਿਚਾਰ ਚਰਚਾ ਕਰੋ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਭਾਣੇ ਤਾਂ ਮਾਸ ਰਹਿੰਦ ਰਹੇ ਨੇ ਕਿ ਮੀਟ ਬਣ ਰਿਹਾ ਹੈ, ਪਰ ਜੋ 10ਵੇਂ ਜਾਮੇ ਦੇ ਵਿੱਚ ਗੁਰੂ ਕਲਗੀਧਰ ਨੇ ਮਹਾਰਾਜ ਜੀਆਂ ਨੇ ਕਰਾਮਾਤ ਵਰਤਾਈ ਹੈ ਨਾ, ਜਦੋਂ ਸਤਿਗੁਰੂ ਜੀ ਚਮਕੌਰ ਦੀ ਗੜੀ ਨੂੰ ਸੰਗਤ ਜੀ ਛੱਡ ਕੇ ਆਏ ਨੇ, ਤੇ ਇਸ ਪ੍ਰਕਾਰ ਨਵੀ ਖਾਨ ਗੜੀ ਖਾਨ ਦੇ ਜਦੋਂ ਸਤਿਗੁਰੂ ਜੀ ਘਰਾਂ ਦੇ ਅੰਦਰ ਬਿਰਾਜੇ ਨੇ ਤੇ ਸਤਿਗੁਰਾਂ ਦੀ ਪਰਖ ਕਰਨ ਵਾਸਤੇ ਮੁਸਲਮਾਨਾਂ ਨੇ ਮਾਸ ਬਣਾਇਆ ਹੈ ਕਿ ਜਿਹੜੇ ਸਿੱਖ ਹਨ ਕਿ ਮਾਸ ਖਾਂਦੇ ਨੇ, ਤੇ ਜੇਕਰ ਮੁਸਲਮਾਨ ਹੋਣਗੇ ਮਾਸ ਖਾਣਗੇ, ਤੇ ਜੇ ਨਾ ਖਾਧਾ ਤੇ ਇਹ ਮੁਸਲਮਾਨ ਹਨ। ਜਦੋਂ ਸਤਿਗੁਰੂ ਜੀ ਉਚੜਾ ਪੀਰ ਬਣ ਕੇ ਆਏ, ਅੱਜ ਵੀ ਲੁਧਿਆਣੇ ਏਰੀਏ ਦੇ ਪਾਸ ਇਸ ਪ੍ਰਕਾਰ ਜਿਹੜਾ ਕਿਰਪਾਨ ਭੇਟ ਗੁਰਦੁਆਰਾ ਸੁਸ਼ੋਭਤ ਜਦੋਂ ਮਾਸ ਬਣ ਕੇ ਆਇਆ ਤੇ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਤਾਈ ਕਿਹਾ ਹੈ ਕਿ ਮਹਾਰਾਜ ਆਪਾਂ ਤਾਂ ਮਾਸ ਛਕਦੇ ਨੇ ਤੇ ਇਹ ਤਾਂ ਮਾਸ ਬਣਾ ਕੇ ਲਿਆਏ ਨੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਇਸ ਮਾਸ ਨੂੰ ਕਿਰਪਾਨ ਭੇਟ ਕਰ ਦਿੱਤੀ ਜਾਵੇ। ਤੇ ਜਦੋਂ ਇਸ ਪ੍ਰਕਾਰ ਬਣੇ ਹੋਏ ਮਾਸ ਨੂੰ ਕਿਰਪਾਨ ਭੇਟ ਕੀਤੀ ਤੇ ਸਾਰਾ ਹੀ ਜਿਹੜਾ ਮਾਸ ਸੀ ਨਾ ਸੁੰਦਰ ਦੇਗ ਦੇ ਅੰਦਰ ਸੰਗਤ ਜੀ ਬਦਲਿਆ। ਜਦੋਂ ਇੱਕੋ ਪੰਗਤ ਦੇ ਵਿੱਚ ਮੁਸਲਮਾਨ ਔਰ ਸਤਿਗੁਰਾਂ ਦੇ ਸਿੰਘ ਬਰਾਜੇ ਨੇ, ਜਦੋਂ ਤਾਂ ਵਰਤਾਵਾ ਮੁਸਲਮਾਨ ਦੇ ਅੱਗੇ ਉਹ ਵਰਤਾਉਂਦਾ ਹੈ ਤੇ ਮਾਸ ਪ੍ਰਤੀਤ ਹੁੰਦਾ ਹੈ, ਜਦੋਂ ਗੁਰੂ ਦੇ ਸਿੰਘ ਅੱਗੇ ਭਾਂਡਿਆਂ ਦੇ ਵਿੱਚ ਉਹ ਪਾਉਂਦਾ ਹੈ ਨਾ ਵਰਤਾਰਾ, ਤੇ ਉਹ ਸੁੰਦਰ ਦੇਗ ਸੁੰਦਰ ਕੜਾਹ ਪ੍ਰਸ਼ਾਦ ਦੀ ਦੇਗ ਨਜ਼ਰ ਆਉਂਦੀ ਹੈ। ਐਸੀ ਕਰਾਮਾਤ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਹਿਲੇ ਜਾਮੇ ਦੇ ਅੰਦਰ ਹੁਣ ਕੁਰੂਕਸ਼ੇਤਰ ਦੀ ਧਰਤੀ ਦੇ ਉੱਪਰ ਇਹ ਕਰਾਮਾਤ ਵਿਖਾਉਣਗੇ ਕਿ ਉਹਨਾਂ ਦੇ ਅੱਖਾਂ ਦੇ ਸਾਹਮਣੇ ਜੋ ਮਾਸ ਰਚਿਆ ਹੈ ਭਾਂਡੇ ਦੇ ਵਿੱਚੋਂ ਕੀ ਬਣ ਕੇ ਨਿਕਲਦਾ ਹੈ, ਇਹ ਕੱਲ੍ਹ ਦੇ ਗੁਰ ਇਤਿਹਾਸ ਵਿੱਚ ਸਰਵਣ ਕਰਾਂਗੇ। ਗੁਰੂ ਨਾਨਕ ਪਾਤਸ਼ਾਹ ਉਹਨਾਂ ਪੰਡਤਾਂ ਦੇ ਨਾਲ ਵਿਚਾਰ ਚਰਚਾ ਕਰਨ ਦੇ ਵਾਸਤੇ ਇਹ ਸਾਰਾ ਕੌਤਕ ਖੇਡ ਰਹੇ ਤੇ ਉਹਨਾਂ ਤੱਕ ਸਮਝਾਉਣਗੇ ਕਿ ਇਹ ਵਿਦਵਾਨ ਪੰਡਤੋ ਸੰਨਿਆਸੀਓ, ਤੁਸੀਂ ਕਹਿੰਦੇ ਹੋ ਕਿ ਅਸੀਂ ਮਾਸ ਨਹੀਂ ਖਾਂਦੇ ਤੇ ਤੁਸੀਂ ਕਿਹੜਾ ਕਿਹੜਾ ਮਾਸ ਖਾਂਦੇ ਹੋ। ਇਸ ਪ੍ਰਕਾਰ ਮਹਾਰਾਜ ਉਹਨਾਂ ਤਾਈਂ ਸਮਝਾਉਣਗੇ। ਅੱਜ ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।
ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸਬਦੁਤਾ ਗਾਵਹੁ ਹਰਿ ਕੇਰਾ ਮਨ ਜਿਨੀ ਵਸਾਇਆ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਸਦਾ ਪੁਜਾਈਆਂ ਕੁਰਬਾਨ ਕੀਤਾ ਗੁਰੂ ਵਿਟਹੁ ਜੈਸ ਦੀਆਂ ਇਹ ਵਡਿਆਈਆਂ ਨਾਨਕ ਸੁਨਹੁ ਸੰਤ ਹੋ ਸਬਦ ਤਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਘਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਆਇਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ